आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੇਸ਼ਟ ਭਰਾਤਾ ਸੰਗ ਮਿਲ ਨੀਕੇ ਸ਼੍ਰੀ ਹਰਿ ਰਾਏ। ਡੇਰਾ ਕੀਨੋ ਕੁਸ਼ਲ ਜਤ ਉਤਰਿਓ ਦਲ ਸਮੁਦਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਹੋ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਬੜੀਆਂ ਅਣਮੁੱਲੀਆਂ ਬੇਸ਼ਕੀਮਤੀ ਦਾਤਾਂ ਦਿੱਤੀਆਂ ਨੇ। ਕੀਰਤਨ ਐਸੀ ਦਾਤ ਦਿੱਤੀ ਹੈ, ਵਾਹਿਗੁਰੂ ਨਾਲ ਸਾਡੀ ਸੁਰਤ ਬੜੀ ਛੇਤੀ ਜੁੜ ਜਾਵੇ। ਸੋ ਜਿੱਥੇ ਆਪ ਜੀ ਰੋਜ਼ ਗੁਰਬਾਣੀ ਦਾ ਕੀਰਤਨ ਸੁਣਦੇ ਹੋ, ਉੱਥੇ ਗੁਰਬਾਣੀ ਦੀ ਕਥਾ ਵਿਚਾਰ ਦਾ ਵੀ ਬਹੁਤ ਵੱਡਾ ਮਹਾਤਮ ਦੱਸਿਆ। ਸਭ ਤੇ ਉਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਜਿੱਥੇ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸੁਣ ਰਹੇ ਹੋ, ਉੱਥੇ ਸ਼ਾਮਾਂ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣ ਰਹੇ ਹੋ। ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਪ੍ਰਸੰਗ ਸੁਣਿਆ ਕਿ ਗੁਰੂ ਮਹਾਰਾਜ ਕੀਰਤਪੁਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਗਏ ਅਤੇ ਕਰਤਾਰਪੁਰ ਸਾਹਿਬ ਜਾ ਕੇ ਉੱਥੋਂ ਦਾ ਇਤਿਹਾਸ ਉੱਥੋਂ ਦੇ ਬਜ਼ੁਰਗਾਂ ਕੋਲੋਂ ਸੁਣਿਆ। ਬਾਬਾ ਧੀਰਮਲ ਗੁਰੂ ਸਾਹਿਬ ਦਾ ਵੱਡਾ ਭਾਈ ਸੀ, ਉਹ ਵੀ ਮਹਾਰਾਜ ਨੂੰ ਅੱਗੋਂ ਦੀ ਲੈਣ ਆਇਆ ਅਤੇ ਗੁਰੂ ਸਾਹਿਬ ਕੁਝ ਸਮਾਂ ਕਰਤਾਰਪੁਰ ਨਿਵਾਸ ਕਰਦੇ ਨੇ। ਉੱਥੇ ਕਈ ਪ੍ਰਸੰਗ, ਕਈ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਤਕ ਕੀਤੇ ਹਨ, ਉਹ ਆਪਾਂ ਸਰਵਣ ਕਰੀਏ। ਮਨ ਬਿਰਤੀਆਂ ਜੋੜ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਸ਼ਟ ਭਰਾਤਾ ਸੰਗ ਮਿਲ। ਮਹਾਰਾਜ ਜੀ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਵੱਡੇ ਭਾਈ ਬਾਬਾ ਧੀਰਮਲ ਨੂੰ ਮਿਲੇ ਹਨ। ਨੀਕੇ ਸ਼੍ਰੀ ਹਰਿ ਰਾਏ। ਬੜੇ ਪ੍ਰੇਮ ਨਾਲ ਚੰਗੀ ਤਰ੍ਹਾਂ ਦੋਵਾਂ ਭਰਾਵਾਂ ਦੀ ਮਿਲਣੀ ਹੋਈ ਹੈ ਕਾਫੀ ਸਮੇਂ ਤੋਂ ਬਾਅਦ, ਕਿਉਂਕਿ ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਕਰਤਾਰਪੁਰ ਛੱਡ ਕੇ ਕੀਰਤਪੁਰ ਸਾਹਿਬ ਆ ਗਏ ਸਨ, ਬਾਬਾ ਧੀਰਮਲ ਨਾਲ ਨਹੀਂ ਸੀ ਆਇਆ, ਬਲਕਿ ਗੁਰੂ ਸਾਹਿਬ ਤੋਂ ਆਕੀ ਹੋ ਕੇ ਉੱਥੇ ਬੈਠਾ ਰਿਹਾ। ਬਾਅਦ ਵਿੱਚ ਗੁਰੂ ਮਹਾਰਾਜ ਦੇ ਕੋਲ ਇੱਕ ਵਾਰੀ ਆਇਆ ਵੀ ਸੀ ਅਤੇ ਆਪਣੀ ਗੱਦੀ ਵੱਖਰੀ ਲਾ ਕੇ ਪੂਜਾ ਕਰਾਉਣ ਲੱਗ ਪਿਆ ਸੀ। ਇਸ ਕਰਕੇ ਗੁਰੂ ਸਾਹਿਬ ਨੇ ਇੱਥੋਂ ਇਹਨੂੰ ਭਜਾ ਦਿੱਤਾ ਸੀ। ਸੋ ਬਾਬਾ ਧੀਰਮਲ ਨੂੰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਕਾਫੀ ਸਮੇਂ ਤੋਂ ਨਹੀਂ ਸਨ ਮਿਲੇ। ਮਾਤਾ ਜੀ ਨੇ ਇੱਛਾ ਕੀਤੀ ਵੀ ਦੋਵੇਂ ਭਰਾ ਇਕੱਠੇ ਹੋਣ, ਕਿਉਂਕਿ ਮਾਂ ਬਾਪ ਦਾ ਚਿੱਤ ਤਾਂ ਇਹੀ ਚਾਹੁੰਦਾ ਸਾਡੀ ਔਲਾਦ ਆਪਸ 'ਚ ਪ੍ਰੇਮ ਰੱਖੇ। ਤੋ ਮਾਤਾ ਨੱਤੀ ਜੀ ਨੇ ਜ਼ੋਰ ਲਾ ਕੇ ਦੋਵਾਂ ਭਰਾਵਾਂ ਨੂੰ ਇਕੱਠਾ ਕੀਤਾ। ਸਤਿਗੁਰੂ ਜੀ ਦੇ ਮਨ ਵਿੱਚ ਤਾਂ ਕੋਈ ਵੈਰ ਵਿਰੋਧ ਹੈ ਹੀ ਨਹੀਂ, ਕਿਉਂਕਿ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ। ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ, ਮਹਾਰਾਜ ਨਿਰਵੈਰ ਹਨ। ਅਤੇ ਬਾਬਾ ਧੀਰਮਲ ਨੇ ਵੀ ਮਹਿਸੂਸ ਕੀਤਾ ਵੀ ਮੇਰੇ ਭਰਾ ਹੀ ਹਨ ਅਤੇ ਬੜੇ ਪ੍ਰੇਮ ਨਾਲ ਮਿਲਿਆ ਹੈ। ਡੇਰਾ ਕੀਨੋ ਕੁਸ਼ਲ ਜਤ। ਔਰ ਇੱਥੇ ਬੜੇ ਪ੍ਰਸੰਨ ਚਿੱਤ ਹੋ ਕੇ ਕਰਤਾਰਪੁਰ ਸਾਹਿਬ ਵਿੱਚ ਡੇਰਾ ਕੀਤਾ ਹੈ। ਉਤਰਿਓ ਦਲ ਸਮੁਦਾਇ। ਮਹਾਰਾਜ ਦੀ ਸਾਰੀ ਫੌਜ ਜਿਹੜੀ 2200 ਘੋੜ ਸਵਾਰ ਸੀਗੇ, ਗੁਰੂ ਕੇ ਸਿੱਖਾਂ ਦਾ ਦਲ, ਉਹ ਜਿੱਥੇ ਗੁਰਦੁਆਰਾ ਗੰਗਸਰ ਹੈ ਇੱਧਰ ਖੁੱਲ੍ਹੀ ਥਾਂ ਸੀ, ਬਾਗ ਸੀਗਾ, ਥਾਂ ਥਾਂ ਦੇ ਉੱਤੇ ਘੋੜੇ ਲਾ ਕੇ ਸਿੱਖਾਂ ਨੇ ਛਾਉਣੀਆਂ ਪਾ ਲਈਆਂ ਹਨ। ਕੇਤਕ ਦਿਨ ਵਿੱਚ ਪੁਰ ਕਰਤਾਰਾ। ਕੁਝ ਦਿਨ ਕਰਤਾਰਪੁਰ ਦੇ ਵਿੱਚ ਰਹੇ ਹਨ। ਕਰਿਓ ਬਾਸ ਸਤ ਗੁਰਨ ਸੁਖਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਦਿਨ ਇੱਥੇ ਬੜੇ ਸੁੱਖ ਨਾਲ, ਬੜੇ ਆਰਾਮ ਦੇ ਨਾਲ ਨਿਵਾਸ ਕੀਤਾ ਹੈ। ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਧਰਤੀ ਹੈ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਭਾਗ ਲਾਏ, ਫਿਰ ਛੇਵੇਂ ਪਾਤਸ਼ਾਹ ਨੇ ਇੱਥੇ ਭਾਗ ਲਾਏ। ਗੁਰੂ ਤੇਗ ਬਹਾਦਰ ਸਾਹਿਬ ਦੇ ਸਹੁਰੇ ਇੱਥੋਂ ਦੇ ਸਨ, ਬਾਬਾ ਲਾਲ ਚੰਦ ਜੀ, ਮਾਤਾ ਗੁਜਰੀ ਦੇ ਪਿਤਾ ਜੀ, ਅਤੇ ਮਾਤਾ ਗੁਜਰੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਲਾਵਾਂ ਫੇਰੇ ਵੀ ਇੱਥੇ ਕਰਤਾਰਪੁਰ ਹੀ ਹੋਏ ਸਨ। ਇਸੇ ਤਰ੍ਹਾਂ ਬਾਬਾ ਸੂਰਜਮਲ ਜੀ ਦਾ ਵਿਆਹ ਵੀ ਇੱਥੇ ਹੀ ਹੋਇਆ ਸੀ। ਸੋ ਇਹ ਨਗਰ ਗੁਰੂ ਘਰ ਨਾਲ ਬਹੁਤ ਸੰਬੰਧ ਰੱਖਦਾ ਹੈ। ਗੁਰੂ ਘਰ ਦਾ ਇਹ ਮਹਾਨ ਨਗਰ ਹੈ।
ਇੱਥੇ ਗੁਰੂ ਹਰਿਰਾਏ ਸਾਹਿਬ ਜੀ ਆਏ ਹਨ, ਕੁਝ ਸਮਾਂ ਨਿਵਾਸ ਕੀਤਾ ਹੈ। ਦੇਸ਼ ਵਿਦੇਸ਼ਨ ਤੇ ਸੁਨ ਆਵੈ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੂੰ ਪਤਾ ਲੱਗਾ ਵੀ ਗੁਰੂ ਜੀ ਅੱਜ ਕੱਲ੍ਹ ਕਰਤਾਰਪੁਰ ਹੀ ਹਨ। ਅੱਗੇ ਤਾਂ ਸੰਗਤਾਂ ਕੀਰਤਪੁਰ ਜਾਂਦੀਆਂ ਸਨ, ਹੁਣ ਕਰਤਾਰਪੁਰ ਸਾਹਿਬ ਜਾਣ ਲੱਗ ਪਈਆਂ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਜਿੱਥੇ ਗੁਰੂ ਮਹਾਰਾਜ ਬੈਠਣਗੇ ਉੱਥੇ ਹੀ ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਹਨ। ਅਨਕ ਅਕੋਰਨ ਕੋ ਸਿੱਖ ਲਿਆਵੈ। ਔਰ ਸਿੱਖ ਦੂਰੋਂ ਦੂਰੋਂ ਆਉਂਦੇ ਨੇ, ਵਧੀਆ ਵਧੀਆ ਉਪਹਾਰ ਭੇਟਾਵਾਂ, ਦੇਸ਼ਾਂ ਪ੍ਰਦੇਸ਼ਾਂ ਦੇ ਵਧੀਆ ਕੱਪੜੇ, ਚੰਗੇ ਸ਼ਸਤਰ, ਚੰਗੇ ਘੋੜੇ, ਮਾਇਆ ਅਤੇ ਬਹੁਤ ਹੋਰ ਕਈ ਪ੍ਰਕਾਰ ਦੇ ਤੋਹਫੇ ਗੁਰੂ ਸਾਹਿਬ ਨੂੰ ਲਿਆ ਕੇ ਭੇਟਾ ਕਰਦੇ ਹਨ। ਬਿਤੇ ਚੇਤ ਭਾ ਪਰਬ ਵਿਸਾਖੀ। ਸਾਧ ਸੰਗਤ ਜੀ, ਚੇਤਰ ਦਾ ਮਹੀਨਾ ਬੀਤ ਗਿਆ ਤੇ ਵਿਸਾਖ ਦਾ ਆਰੰਭ ਹੋਇਆ। ਵਿਸਾਖੀ ਦਾ ਜੋੜ ਮੇਲਾ ਆ ਗਿਆ। ਚੱਲੇ ਆਏ ਨਰ ਦਰਸ਼ਨ ਕਾਂਖੀ। ਹਰ ਵਿਸਾਖੀ ਤੇ ਦੀਵਾਲੀ ਤੇ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆਉਂਦੀਆਂ ਹੀ ਸਨ। ਸੋ ਐਤਕੀ ਪਤਾ ਲੱਗਾ ਵੀ ਵਿਸਾਖੀ ਗੁਰੂ ਸਾਹਿਬ ਨੇ ਕਰਤਾਰਪੁਰ ਮਨਾਉਣੀ ਹੈ। ਜਲੰਧਰ ਦੇ ਇਲਾਕੇ, ਦੁਆਬੇ ਦੇ ਇਲਾਕੇ ਵਿੱਚ ਕੀਰਤਪੁਰ ਸਾਹਿਬ ਤੋਂ ਮਹਾਰਾਜ ਕਰਤਾਰਪੁਰ ਆ ਗਏ ਹਨ। ਸਾਰੀਆਂ ਸੰਗਤਾਂ ਕਰਤਾਰਪੁਰ ਵੱਲ ਤੁਰੀਆਂ ਆਈਆਂ। ਜੰਗਲ ਦੇਸ਼ ਦਾਸ ਸਮੁਦਾਈ। ਜਿਹੜਾ ਸਾਧ ਸੰਗਤ ਜੀ ਜੰਗਲ ਦੇਸ਼ ਹੈ, ਮਾਲਵਾ ਜਿਹਨੂੰ ਅੱਜ ਕੱਲ੍ਹ ਕਹਿੰਦੇ ਆ, ਪਹਿਲਾਂ ਇਹਦਾ ਨਾਮ ਜੰਗਲ ਦੇਸ਼ ਸੀਗਾ। ਪਹਿਲਾਂ ਮਾਲਵਾ ਉਜੈਨ ਦੀ ਧਰਤੀ ਨੂੰ ਕਹਿੰਦੇ ਸੀ। ਗੁਰੂ 10ਵੇਂ ਪਾਤਸ਼ਾਹ ਜੀ ਨੇ ਇਹਦਾ ਨਾਮ ਮਾਲਵਾ ਕਰਤਾ। ਜੰਗਲ ਸਾਡਾ ਮਾਲਵਾ ਹੈ। ਪਹਿਲਾਂ ਇਹਨੂੰ ਜੰਗਲ ਕਹਿੰਦੇ ਸੀ। ਬਠਿੰਡਾ ਇਲਾਕਾ, ਮਾਨਸਾ, ਸੰਗਰੂਰ ਅਤੇ ਬਰਨਾਲਾ, ਫਰੀਦਕੋਟ, ਮੋਗਾ, ਇਹ ਜਿਹੜੇ ਜ਼ਿਲ੍ਹੇ ਹਨ ਸਾਧ ਸੰਗਤ ਜੀ ਨੂੰ ਮਾਲਵਾ ਦੇਸ਼ ਕਹਿੰਦੇ ਸੀ, ਜੰਗਲ ਦੇਸ਼। ਇਸ ਜੰਗਲ ਦੇਸ਼ ਵਿੱਚ ਮਹਾਰਾਜ ਦੇ ਸਿੱਖ ਬਹੁਤ ਹੋਏ ਨੇ। ਬੜੇ ਬੜੇ ਬ੍ਰਹਮ ਗਿਆਨੀ, ਭਾਈ ਭਗਤੂ ਜੀ, ਭਾਈ ਬਹਿਲੋ ਜੀ, ਭਾਈ ਰੂਪ ਚੰਦ ਜੀ, ਇਸੇ ਤਰ੍ਹਾਂ ਪੰਡਿਤ ਗੰਗਾ ਰਾਮ ਜੀ, ਭਾਈ ਬਿਧੀ ਚੰਦ। ਇੱਕ ਬਿਧੀ ਚੰਦ ਮਾਝੇ ਦਾ ਹੋਇਆ, ਜਿਹੜਾ ਮਹਾਰਾਜ 6ਵੇਂ ਪਾਤਸ਼ਾਹ ਦੀ ਫੌਜ ਦਾ ਜਰਨੈਲ ਹੋਇਆ। ਇੱਕ ਸਾਧ ਸੰਗਤ ਜੀ ਬਠਿੰਡੇ ਦੇ ਵੀ ਬਿਧੀ ਚੰਦ, ਸਿਧੀ ਚੰਦ, ਦੋ ਭਾਈ ਹੋਏ ਨੇ। ਇਸੇ ਤਰ੍ਹਾਂ ਭਗਤ ਮੂਲ ਚੰਦ ਬਿਧੀ ਚੰਦ ਦਾ ਪੁੱਤਰ ਹੋਇਆ। ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਸ਼ ਮਾਲਵੇ ਦੀ ਧਰਤੀ ਤੇ ਵੀ ਹੋਏ ਹਨ। ਅਜ਼ਮਤ ਪੂਰਨ ਭਗਤੂ ਭਾਈ। ਉਹਨਾਂ ਵਿੱਚੋਂ ਇੱਕ ਮਹਾਂਪੁਰਸ਼ ਕਰਾਮਾਤਾਂ ਦੇ ਸ਼ਕਤੀਆਂ ਦੇ ਭੰਡਾਰ ਸੀਗੇ ਬ੍ਰਹਮ ਗਿਆਨੀ ਭਾਈ ਭਗਤੂ ਜੀ, ਜਿਨ੍ਹਾਂ ਦੀ ਮਾਤਾ ਭਿੱਖਾ ਨੇ ਗੁਰੂ ਰਾਮਦਾਸ ਤੋਂ ਵਰ ਮੰਗਿਆ ਸੀ, ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੋ ਦੁੱਧ ਰਿੜਕਦੀ ਵੇਖਾਂ। ਤੇ ਮਹਾਰਾਜ ਨੇ ਵਰ ਦਿੱਤਾ ਸੀ, ਤੇਰੇ ਘਰ ਪੁੱਤਰ ਹੋਵੇਗਾ ਬ੍ਰਹਮ ਗਿਆਨੀ, ਨਾਮ ਭਾਈ ਭਗਤੂ ਰੱਖੀ। ਸੋ ਉਹ ਗੁਰੂ ਰਾਮਦਾਸ ਦੇ ਸਮੇਂ ਤੋਂ ਜਿਸ ਦਾ ਜਨਮ ਹੋਇਆ ਸੀ, ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਹਨ ਭਾਈ ਭਗਤੂ ਜੀ। ਦੀਪ ਮਾਲਕਾ ਅਪਰ ਬਸੋਏ। ਉਹ ਭਾਈ ਭਗਤੂ ਜੀ ਹਰ ਦੀਵਾਲੀ ਤੇ ਹਰ ਵਿਸਾਖੀ ਤੇ ਖਸ਼ਟ ਮਾਸ ਗੁਰ ਦਰਸ਼ਨ ਜੋਏ। 6 ਮਹੀਨਿਆਂ 'ਚ ਘੱਟੋ ਘੱਟ ਇੱਕ ਵਾਰੀ ਤਾਂ ਜ਼ਰੂਰ ਆਉਂਦੇ ਸਨ। ਵੈਸੇ ਤਾਂ ਕਈ ਵਾਰੀ ਸਾਲ 2-2 ਸਾਲ ਕੀਰਤਪੁਰ ਸਾਹਿਬ ਰਹਿ ਕੇ ਖੇਤੀ ਕਰਵਾਈ ਜਾਂਦੇ ਸਨ, ਸੇਵਾ ਕਰਦੇ ਰਹਿੰਦੇ ਸਨ। ਜੇ ਕਦੀ ਪਿੰਡ ਚਲੇ ਵੀ ਜਾਂਦੇ ਸਨ ਤਾਂ 2-4 ਮਹੀਨਿਆਂ ਬਾਅਦ ਗੁਰੂ ਕੋਲ ਆ ਜਾਂਦੇ ਸਨ। ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ। ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੈ, ਇੱਕ ਘੜੀ ਨਾ ਮਿਲਤੇ ਤਾਂ ਕਾਲਜੁਗ ਹੋਤਾ। ਭਾਈ ਭਗਤੂ ਸਾਹਿਬ ਜੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਮਿਲਣ ਲਈ ਹਰ ਵਿਸਾਖੀ ਤੇ ਹਰ ਦੀਵਾਲੀ ਤੇ ਜ਼ਰੂਰ ਆਉਂਦੇ ਸਨ। ਸਿੱਖ ਸੰਗਤ ਕੇ ਤਕ ਕੇ ਸਾਥ। ਸਿੱਖ ਸੰਗਤਾਂ ਵੀ ਕੁਝ ਉਹਨਾਂ ਦੇ ਨਾਲ ਆਉਂਦੀਆਂ ਸਨ। ਮਾਲਵੇ ਦੀ ਸੰਗਤ ਜਿਹੜੀ ਸੀ ਉਹਨਾਂ ਨੂੰ ਬਹੁਤ ਮੰਨਦੀ ਸੀ ਤੇ ਮਾਲਵੇ ਦੀ ਸੰਗਤ ਭਾਈ ਭਗਤੂ ਦੀ ਜਥੇਦਾਰੀ ਹੇਠ ਵਿਸਾਖੀ ਤੇ ਗੁਰੂ ਮਹਾਰਾਜ ਕੋਲ ਆਉਂਦੀ ਸੀ। ਜਾਏ ਬਿਲੋ ਕਹਿ ਸਤਿਗੁਰਨਾਥ। ਹਰ ਵਿਸਾਖੀ ਤੇ ਹਰ ਦੀਵਾਲੀ ਤੇ ਮਾਲਵੇ ਦੇ ਸਿੱਖ ਭਾਈ ਭਗਤੂ ਦੀ ਜਥੇਦਾਰੀ ਹੇਠ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਸਨ। ਜਿੱਥੇ ਵੀ ਗੁਰੂ ਸਾਹਿਬ ਹੋਣ, ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਤੇ ਗੁਰੂ ਹਰਿਰਾਏ ਸਾਹਿਬ ਦੇ ਸਮੇਂ ਵੀ ਭਾਈ ਭਗਤੂ ਦਾ ਨੇਮ ਪੱਕਾ ਰਿਹਾ ਹੈ। ਮਾਲਵੇ ਦੇ ਹਜ਼ਾਰਾਂ ਸਿੱਖਾਂ ਨੂੰ ਗੁਰੂ ਘਰ ਨਾਲ ਜੋੜਿਆ ਹੈ। ਆਪ ਜਪੋ ਅਵਰਾ ਨਾਮ ਜਪਾਓ। ਆਪ ਤੇ ਮਹਾਂਪੁਰਸ਼ਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ। ਹੋਰ ਵੀ ਬੇਅੰਤ ਲੋਕਾਂ ਕੋਲੋਂ ਵਾਹਿਗੁਰੂ ਦਾ ਸਿਮਰਨ ਕਰਵਾਇਆ, ਸੇਵਾ ਦੇ ਵਿੱਚ ਲਾਇਆ। ਭਾਈ ਭਗਤੂ ਨੇ ਬਹੁਤ ਵੱਡੇ ਉਪਕਾਰ ਕੀਤੇ ਹਨ। ਅਲਪ ਬੈਸ ਤੇ ਸ਼੍ਰੀ ਹਰਿਰਾਏ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਛੋਟੀ ਉਮਰ ਤੋਂ ਹੀ ਭਾਈ ਭਗਤੂ ਜੀ ਨੂੰ ਬਹੁਤ ਪ੍ਰੇਮ ਕਰਦੇ ਸਨ। ਦੇਖਿਆ ਹੈ ਭਗਤੂ ਕੋ ਮੁਸਕਾਏ। ਜਦੋਂ ਵੀ ਭਾਈ ਭਗਤੂ ਨੇ ਆਉਣਾ ਤੇ ਗੁਰੂ ਹਰਿਰਾਏ ਸਾਹਿਬ ਨੇ ਹੱਸ ਪੈਣਾ। ਪਤਾ ਨਹੀਂ ਕੀ ਪਿਆਰ ਸੀ ਗੁਰੂ ਸਿੱਖ ਦਾ
ਵੀ ਗੁਰੂ ਹਰਿਰਾਏ ਸਾਹਿਬ ਜੀ ਹਰ ਵੇਲੇ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੇ ਸਨ। ਮਹਾਰਾਜ ਦਾ ਸੁਭਾਅ ਵੈਸੇ ਸੱਤਵੇਂ ਪਾਤਸ਼ਾਹ ਦਾ ਹਸਮੁਖ ਸੀਗਾ। ਮਹਾਰਾਜ ਹੱਸਣ ਵਾਲਿਆਂ ਨੂੰ, ਖਾਸ ਕਰਕੇ ਭਾਈ ਸੁਥਰੇ ਵਰਗਿਆਂ ਨੂੰ ਆਪਣੇ ਕੋਲ ਰੱਖਿਆ ਕਰਦੇ ਸਨ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ। ਭਾਈ ਭਗਤੂ ਨਾਲ ਵੀ ਮਹਾਰਾਜ ਪ੍ਰੇਮ ਰੱਖਦੇ ਸਨ, ਅਤੇ ਜਦੋਂ ਵੀ ਭਾਈ ਭਗਤੂ ਨੇ ਦਰਬਾਰ ਵਿੱਚ ਆਉਣਾ, ਮਹਾਰਾਜ ਉਹਨਾਂ ਵੱਲ ਵੇਖ ਕੇ ਮੁਸਕਰਾ ਪੈਂਦੇ ਸਨ। ਹਸਨ ਹੇਤ ਮੁਖ ਗਿਰਾ ਅਲਾਵੈ। ਤੇ ਮਹਾਰਾਜ ਹੱਸ ਪੈਂਦੇ ਸਨ। ਗੱਲ ਇਉਂ ਹੋਈ ਸੀ, ਇੱਕ ਵਾਰੀ ਭਾਈ ਭਗਤੂ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ। ਮਹਾਰਾਜ ਕਹਿੰਦੇ ਹੁਣ ਤੁਸੀਂ ਸਾਰੀ ਉਮਰ ਸੇਵਾ ਹੀ ਕਰਦੇ ਰਹਿਣਾ, ਬੜੀ ਸੇਵਾ ਤੁਸੀਂ ਕੀਤੀ ਹੈ, ਤੇ ਹੁਣ ਤੁਸੀਂ ਚਰਖਾ ਸੇੜ ਲਓ। ਚਰਖਾ ਸੇੜਨ ਦਾ ਮਤਲਬ ਹੁੰਦਾ ਵੀ ਬੁੱਢੇ ਬਾਰੇ ਵਿਆਹ ਕਰਾ ਲਓ। ਇਹ ਵਚਨ ਸਤਿਗੁਰੂ ਜੀ ਨੇ ਕੀਤਾ ਸੀ, ਤੇ ਉਹ ਇਹੋ ਜਿਹੀ ਹਾਸੀ ਪਈ ਵੀ ਜਦੋਂ ਵੀ ਭਾਈ ਭਗਤੂ ਜੀ ਆਉਂਦੇ ਸੀ ਨਾ, ਉਦੋਂ ਹੀ ਹੱਸ ਕੇ ਸਤਿਗੁਰੂ ਉਹ ਗੱਲ ਛੇੜ ਦਿੰਦੇ ਸਨ। ਮਹਾਬ੍ਰਿਧ ਕੋ ਪਿਖ ਹਰ ਖਾਵਾ। ਕਿਉਂਕਿ ਬਿਰਧ ਬਹੁਤ ਹੋ ਗਏ ਸਨ, 80-85 ਸਾਲ ਦੀ ਉਮਰ ਹੋ ਗਈ ਸੀ, ਬਜ਼ੁਰਗ ਸਨ, ਤੇ ਉਹਨਾਂ ਬਜ਼ੁਰਗਾਂ ਨੂੰ ਵੇਖ ਕੇ ਮਹਾਰਾਜ ਨੇ ਹੱਸ ਪੈਣਾ, ਤੇ ਹੱਸ ਕੇ ਆਖਣਾ, ਆਓ ਭਾਈ ਭਗਤੂ ਸਾਹਿਬ ਜੀ, ਚਰਖਾ ਸੇੜਿਆ ਕਿ ਨਹੀਂ ਸੇੜਿਆ? ਆਵਹ ਭਾਈ ਕੋ ਅਬ ਕਰਨੀ। ਆਓ ਭਾਈ ਭਗਤੂ ਜੀ, ਕੋਈ ਵਹੁਟੀ ਲੱਭੀ ਕਿ ਨਹੀਂ ਲੱਭੀ? ਵਿਆਹ ਕਰਾਉਣ ਦਾ ਪ੍ਰੋਗਰਾਮ ਬਣਾਇਆ ਕਿ ਨਹੀਂ ਕੋਈ ਬਣਾਇਆ? ਕਰੋ ਸਹੇਰਣ ਸੁੰਦਰ ਤਰਣੀ। ਕੋਈ ਨੌਜਵਾਨ, ਕੋਈ ਸੁੰਦਰ ਲੜਕੀ ਵਿਆਹ ਕੇ ਆਪਣਾ ਘਰ ਵਸਾਓ ਤੁਸੀਂ। ਹਾਲਾਂਕਿ ਭਾਈ ਭਗਤੂ ਜੀ ਦੇ ਬੱਚੇ ਵੀ ਸਨ, ਪੋਤਰੇ ਵੀ ਸਨ, ਪਰ ਉਹਨਾਂ ਨੂੰ ਮਹਾਰਾਜ ਪਤਾ ਨਹੀਂ ਕਿਹੜੀ ਮੌਜ ਵਿੱਚ ਇਹ ਉੱਦਾਂ ਹੀ ਹਾਸੀ ਨਾਲ ਹੀ ਬਚਨ ਕਰਦਿਆ ਕਰਦੇ ਸਨ। ਕਹਿ ਸਿਖਿਅਨ ਮਹਿ ਔਰ ਹਰ ਖਾਵੈ। ਤੇ ਸੰਗਤ ਬੈਠੀ ਹੁੰਦੀ ਸੀ, ਜਿਹੜੇ ਗੁਰੂ ਕੇ ਨਿਕਟਵਰਤੀ ਸਿੱਖ, ਵਿੱਚੇ ਭਾਈ ਭਗਤੂ ਜੀ ਨੇ ਆ ਜਾਣਾ, ਤੇ ਮਹਾਰਾਜ ਨੇ ਆਉਂਦਿਆਂ ਨੂੰ ਵੇਖ ਕੇ ਖਿੜ ਖਿੜ ਕੇ ਹੱਸਣਾ, ਤੇ ਆਖਣਾ, ਆਹ ਭਾਈ ਸਾਹਿਬ ਆ ਗਏ, ਆਓ ਭਾਈ ਸਾਹਿਬ ਜੀ ਦੱਸੋ ਹੁਣ ਕੋਈ ਰਿਸ਼ਤਾ ਲੱਭੀਏ ਤੁਹਾਡੇ ਵਾਸਤੇ ਕਿ ਆਪੇ ਹੀ ਲੱਭ ਲਓਗੇ? ਇੱਦਾਂ ਮਹਾਰਾਜ ਨੇ ਕੋਈ ਨਾ ਕੋਈ ਗੱਲ ਉਹਨਾਂ ਨੂੰ ਇਸ ਵਿਸ਼ੇ 'ਤੇ ਕਰਦੇ ਰਹਿਣਾ। ਖਾਸ ਕਰਕੇ ਇਹ ਗੱਲ ਕਹਿੰਦੇ ਸੀ, ਚਰਖਾ ਕਿਉਂ ਨਹੀਂ ਸੇੜਿਆ ਅਜੇ ਤੱਕ? ਚਰਖਾ ਸੇੜ ਲਓ। ਹਾਂਜੀ। ਹਸ ਹੈ ਹੇਰ ਕਰ ਮਾਨ ਵਧਾਵੈ। ਹੱਸ ਪੈਂਦੇ ਸਨ, ਤੇ ਭਾਈ ਭਗਤੂ ਦਾ ਮਾਣ ਬੜਾ ਕਰਦੇ ਸਨ, ਵੱਡੇ ਸਨ ਨਾ ਭਾਈ ਭਗਤੂ ਜੀ। ਇੱਦਾਂ ਵੀ ਸੁਣਿਆ ਵੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਚਨ ਕਿਹਾ ਸੀ ਵੀ ਭਾਈ ਭਗਤੂ ਨੇ ਸਾਡੇ ਘਰ ਜਨਮ ਲੈਣਾ ਸੀ, ਮਾਈ ਭਿੱਖਾ ਹੁਣ ਤੇਰੇ ਘਰ ਜਨਮ ਲਵੇਗਾ। ਸਾਡੇ 3 ਪੁੱਤਰ ਹੋਏ ਨੇ, ਚੌਥਾ ਹੋਣਾ ਸੀ, ਉਹ ਤੇਰੇ ਘਰ ਹੋਵੇਗਾ, ਨਾਮ ਭਾਈ ਭਗਤੂ ਰੱਖੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਭਾਈ ਭਗਤੂ ਨੂੰ ਆਪਣਾ ਭਰਾ ਕਹਿੰਦੇ ਸਨ, ਕਹਿੰਦੇ ਸਾਡਾ ਭਾਈ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਉਹਨਾਂ ਦਾ ਸਤਿਕਾਰ ਕਰਦੇ ਰਹੇ। ਤੇ ਉਸ ਤੋਂ ਬਾਅਦ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਗੁਰੂ ਹਰਿਰਾਏ ਸਾਹਿਬ ਜੀ ਵੀ ਆਪਣਾ ਹੀ ਬਜ਼ੁਰਗ ਸਮਝ ਕੇ ਉਹਨਾਂ ਦਾ ਸਤਿਕਾਰ ਕਰਦੇ ਸਨ, ਉਹਨਾਂ ਨਾਲ ਪ੍ਰੇਮ ਕਰਦੇ ਸਨ, ਤੇ ਪ੍ਰੇਮ ਦੇ ਵਿੱਚ ਹੀ ਹਾਸ ਮਜ਼ਾਕ ਕਦੀ ਕਦੀ ਕਰ ਲੈਂਦੇ ਸਨ। ਸੁਨ ਭਗਤੂ ਬੰਧਨ ਕਰ ਪਾਇਨ। ਤੇ ਭਾਈ ਭਗਤੂ ਸੁਣ ਕੇ ਚਰਨਾਂ ਤੇ ਮੱਥਾ ਟੇਕ ਦਿੰਦਾ ਸੀ। ਬੜੇ ਪਿਆਰ ਦੀ ਮੂਰਤੀ ਸੀ ਭਾਈ ਭਗਤੂ। ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰ ਦਿੰਦੇ ਸਨ। ਨਿਕਟ ਸੋ ਬੈਠਾ ਹੈ ਅਰਪ ਉਪਾਇਨ। ਤੇ ਆਪਣੀ ਭੇਟਾ ਮਹਾਰਾਜ ਦੇ ਚਰਨਾਂ ਵਿੱਚ ਰੱਖ ਕੇ ਮਹਾਰਾਜ ਦੇ ਚਰਨਾਂ 'ਚ ਬੈਠ ਜਾਂਦੇ ਸੀ। ਜਬ ਡੇਰਾ ਲਖਪੁਰ ਕਰਤਾਰ। ਜਦੋਂ ਸ੍ਰੀ ਕਰਤਾਰਪੁਰ ਸਾਹਿਬ ਮਹਾਰਾਜ ਆ ਗਏ, ਕੀਰਤਪੁਰ ਸਾਹਿਬ ਤੋਂ ਚੱਲ ਕੇ, ਗੁਰਦਰਸ਼ਨ ਕੋ ਸਮਾ ਵਿਚਾਰ। ਭਾਈ ਭਗਤੂ ਨੂੰ ਪਤਾ ਲੱਗਾ ਵੀ ਐਤਕੀ ਵਿਸਾਖੀ ਦਾ ਮੇਲਾ ਕਰਤਾਰਪੁਰ ਲੱਗਣਾ, ਐਤਕੀ ਕੀਰਤਪੁਰ ਸਾਹਿਬ ਨਹੀਂ ਦਰਸ਼ਨ ਹੋਣੇ, ਐਤਕੀ ਆਪਾਂ ਨੂੰ ਕਰਤਾਰਪੁਰ ਜਲੰਧਰ ਜਾਣਾ ਪੈਣਾ। ਭਾਈ ਭਗਤੂ ਜੀ ਕਰਤਾਰਪੁਰ ਸਾਹਿਬ ਵੱਲ ਤੁਰ ਪਏ। ਗਮਨਿਓ ਘਰ ਤੇ ਮਗ ਮਹਿ ਆਇਓ। ਭਾਈ ਸਾਹਿਬ ਘਰੋਂ ਤੁਰ ਪਏ ਕਰਤਾਰਪੁਰ ਜਾਣ ਲਈ, ਤੇ ਰਸਤੇ 'ਚ ਤੁਰੇ ਜਾਂਦੇ ਕਰਤਾਰਪੁਰ ਵੱਲ। ਤਨ ਕੋ ਅੰਤ ਸਮਾ ਨਿਰਾਇਓ। ਤੇ ਇਹ ਵੀ ਪਤਾ ਲੱਗ ਗਿਆ ਵੀ ਇਹ ਮੇਰੇ ਸਰੀਰ ਦਾ ਅਖੀਰਲਾ ਸਮਾਂ ਆ ਗਿਆ, ਇਹ ਮੇਰਾ ਹੁਣ ਟਾਈਮ, ਜਿਹੜੀ ਮੇਰੀ ਯਾਤਰਾ ਗੁਰੂ ਮਹਾਰਾਜ ਦੇ ਚਰਨਾਂ 'ਚ, ਗੁਰੂ ਹਰਿਰਾਏ ਸਾਹਿਬ ਦੇ ਐਤਕੀ ਮੈਂ ਦਰਸ਼ਨ ਕਰਨ ਜਾਣਾ, ਤੇ ਮੈਂ ਕਰਤਾਰਪੁਰ ਜਾ ਕੇ ਚੋਲਾ ਛੱਡ ਦੇਣਾ। ਉੱਥੇ ਗੁਰੂ ਦੇ ਦਰਸ਼ਨ ਕਰਦਿਆਂ ਹੀ ਮੇਰੀ ਜ਼ਿੰਦਗੀ ਦਾ ਅੰਤ ਸਮਾਂ ਆ ਜਾਣਾ। ਇਹ ਸਰੀਰ ਦਾ, ਆਤਮਾ ਤਾਂ ਸਦਾ ਹੀ ਅਮਰ ਹੈ ਮਹਾਂਪੁਰਸ਼ਾਂ ਦੀ। ਤੇ ਕਹਿੰਦੇ ਵੀ ਸਰੀਰ ਸਾਡਾ ਜਿਹੜਾ ਉੱਥੇ ਸ਼ਾਂਤ ਹੋ ਜਾਣਾ, ਇਸ ਤਨ ਦਾ ਅੰਤ ਸਮਾਂ ਆ ਗਿਆ ਹੈ। ਇਹ ਮਨ ਜਾਣ ਵਿਚਾਰਤ ਭਇਓ। ਇਹ ਜਾਣ ਕੇ ਮਨ ਵਿੱਚ ਭਾਈ ਭਗਤੂ ਜੀ ਨੇ ਵਿਚਾਰ ਕੀਤੀ ਹੈ। ਸ੍ਰੀ ਗੁਰਬਾਕ ਬਾਰ ਬਹਕਿਓ। ਕਿ ਗੁਰੂ ਸਾਹਿਬ ਜੀ ਹਰ ਵਾਰੀ ਮੈਨੂੰ ਚਰਖਾ ਸੇੜਨ ਲਈ ਕਹਿੰਦੇ, ਜਦੋਂ ਵੀ ਮੈਂ ਜਾਣਾ
ਉਦੋਂ ਹੀ ਮਹਾਰਾਜ ਇਹ ਬਚਨ ਕਰਦੇ ਹਨ। ਚਰਖਾ ਕਰਹੁ ਸਹੇਰਣ ਕੋਈ। ਮਹਾਰਾਜ ਇਹ ਕਹਿ ਦਿੰਦੇ ਆ ਵੀ ਭਾਈ ਭਗਤੂ ਜੀ ਕੋਈ ਚਰਖਾ ਸੇੜ ਲਵੋ। ਕੈਸੇ ਨਿਸ਼ਫਲ ਹੋਏ ਹੈ ਸੋਈ। ਉਹ ਮਹਾਰਾਜ ਦਾ ਬਚਨ ਕਿਸੇ ਤਰ੍ਹਾਂ ਵੀ ਨਿਸਫਲ ਨਹੀਂ ਹੋ ਸਕਦਾ। ਜੋ ਵੀ ਬਚਨ ਮਹਾਰਾਜ ਦੀ ਰਸਨਾ ਤੋਂ ਨਿਕਲਦੇ ਨੇ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਇੱਕ ਸਾਧ ਬਚਨ ਅਟ ਲਾਧਾ। ਮਹਾਂਪੁਰਸ਼ਾਂ ਦੇ ਗੁਰੂਆਂ ਦੇ ਬਚਨ ਦੁਨੀਆ ਦੀ ਕੋਈ ਤਾਕਤ ਟਾਲ ਨਹੀਂ ਸਕਦੀ। ਭਾਵੇਂ ਹਾਸ ਨਾਲ ਹੀ ਕਹਿੰਦੇ ਨੇ, ਪਰ ਉਹ ਬਚਨ ਹੋਣੇ ਤਾਂ ਪੂਰੇ ਹੀ ਹਨ। ਕਰਬਿਓ ਬਨਹਿ ਮੋਹਿ ਕਹੋ ਸਾਚਾ। ਭਾਈ ਭਗਤੂ ਜੀ ਸੋਚਦੇ ਆ ਵੀ ਉਹ ਬਚਨ ਮੈਨੂੰ ਪੂਰਾ ਕਰਨਾ ਚਾਹੀਦਾ। ਮਹਾਰਾਜ ਦੇ ਬਚਨ ਪੂਰੇ ਹੋਣੇ ਚਾਹੀਦੇ ਹਨ। ਅਨੇਕ ਬਾਰ ਗੁਰ ਹਸਤ ਉਬਾਚਾ। ਕਈ ਵਾਰੀ ਹੱਸਦਿਆਂ ਹੱਸਦਿਆਂ ਗੁਰੂ ਸਾਹਿਬ ਨੇ ਮੈਨੂੰ ਚਰਖਾ ਸੇੜਨ ਦੀ ਗੱਲ ਕਹੀ ਹੈ। ਭਾਵੇਂ ਹੱਸਦਿਆਂ ਹੀ ਕਹੀ ਹੈ, ਪਰ ਉਹਨਾਂ ਦੀ ਰਸਨਾ ਦੇ ਬੋਲ ਹੋਣੇ ਤਾਂ ਪੂਰੇ ਹੀ ਨੇ। ਤੇ ਇਧਰੋਂ ਮੇਰਾ ਅੰਤ ਸਮਾਂ ਵੀ ਨੇੜੇ ਆ ਗਿਆ। ਇਹ ਚੋਲਾ ਮੈਂ ਹੁਣ ਛੱਡ ਦੇਣਾ। ਕਿਤੇ ਇਹ ਨਾ ਹੋਵੇ ਗੁਰੂ ਦਾ ਬਚਨ ਪੂਰਾ ਕਰਨ ਲਈ ਅਗਲਾ ਜਨਮ ਫਿਰ ਲੈਣਾ ਪਵੇ। ਅਬ ਕਹਿ ਮਮ ਤਨ ਤਜਬੋ ਹੋਏ। ਐਤਕੀ ਮੈਂ ਕਰਤਾਰਪੁਰ ਜਾਣਾ ਹੈ ਤੇ ਉੱਥੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ 'ਚ ਚੋਲਾ ਛੱਡ ਦੇਣਾ ਹੈ। ਜਾਂ ਤੇ ਕਰਨ ਵਿਆਹ ਭਲ ਜੋਏ। ਇਸ ਕਰਕੇ ਮੈਨੂੰ ਵਿਆਹ ਕਰਾ ਹੀ ਲੈਣਾ ਚਾਹੀਦਾ। ਕਿਤੇ ਇਹ ਨਾ ਹੋਵੇ ਵੀ ਸਤਿਗੁਰੂ ਮਹਾਰਾਜ ਐਤਕੀ ਵੀ ਪੁੱਛਣ ਤੇ ਮੈਂ ਨਾ ਕਰ ਦਿਆਂ ਤੇ ਉੱਥੇ ਮੇਰਾ ਸਰੀਰ ਸ਼ਾਂਤ ਹੋ ਜਾਵੇ ਤੇ ਮੈਨੂੰ ਫਿਰ ਮਹਾਰਾਜ ਦੇ ਬਚਨ ਪੂਰੇ ਕਰਨ ਲਈ ਅਗਲਾ ਜਨਮ ਲੈਣਾ ਪਵੇ। ਨਾ ਹੀ ਤਾਂ ਰਹਿ ਜਾ ਹੈ ਅਦਮਾਹੇ। ਨਹੀਂ ਤਾਂ ਅੱਧ ਵਿੱਚ ਹੀ ਰਹਿ ਜਾਵਾਂਗਾ। ਭਾਵ ਮੁਕਤੀ ਨਹੀਂ ਹੋਵੇਗੀ। ਮਹਾਰਾਜ ਦਾ ਬਚਨ ਵੀ ਵਿੱਚੇ ਰਹਿ ਗਿਆ ਤੇ ਮੇਰੀ ਯਾਤਰਾ ਵੀ ਵਿੱਚੇ ਰਹਿ ਜਾਏਗੀ। ਯਾਤਰਾ ਇਹ ਜੀਵਨ ਦੀ ਜਿਹੜੀ ਹੈ ਇਹ ਸਫਲ ਹੋ ਜਾਵੇ ਇਸੇ ਵਾਰੀ। ਬਹੁ ਰਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵੇਂਗੇ। ਅਸੀਂ ਮਹਾਰਾਜ ਦਾ ਹੁਕਮ ਮੰਨ ਲਈਏ, ਯਾਤਰਾ ਸਫਲੀ ਹੋ ਜਾਵੇ। ਇਮਕੋ ਕਹੋ ਕਬ ਨੀਕੋ ਨਾਹੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਜਿਹੜੇ ਹਨ ਪੂਰੇ ਹੋ ਜਾਣ। ਕਿਤੇ ਇਹ ਨਾ ਹੋਵੇ ਵੀ ਮਹਾਰਾਜ ਦੇ ਬਚਨ ਵਿੱਚ ਹੀ ਰਹਿ ਜਾਣ। ਮੈਂ ਵਿਆਹ ਕਰਾ ਕੇ ਹੀ ਜਾਣਾ ਹੈ। ਇਸ ਵੇ ਦਿਮਾਗ ਮਹਿ ਚਿਤਵਤ ਆਵਤ। ਇਸ ਤਰ੍ਹਾਂ ਮਨ 'ਚ ਸੋਚੀ ਜਾਂਦੇ ਭਾਈ ਭਗਤੂ ਸਾਹਿਬ ਜੀ ਬਈ ਮਹਾਰਾਜ ਨੇ ਐਤਕੀ ਵੀ ਪੁੱਛਣਾ ਹੈ ਤੇ ਕੀ ਜਵਾਬ ਦਿਆਂਗਾ। ਦੇਖਿਓ ਏਕ ਖੇਤ ਮਨ ਭਾਵਤ। ਤਾਂ ਅੱਗੇ ਸਾਧ ਸੰਗਤ ਜੀ ਇੱਕ ਖੇਤ ਵੇਖਿਆ, ਬੜਾ ਹਰਾ ਭਰਾ ਖੇਤ ਹੈ। ਪਾਕਨ ਲੱਗਿਓ ਬਾਜਰਾ ਤਹਾਂ। ਤੇ ਖੇਤ 'ਚ ਬਾਜਰਾ ਖੜਾ ਹੈ। ਬਾਜਰੇ ਦੀ ਫਸਲ ਪੱਕਣ ਲੱਗੀ ਹੈ। ਮਿਲੇ ਬਿਹੰਗਮ ਚਗਬੇ ਜਹਾਂ। ਤੇ ਪੰਛੀ ਉਹ ਬਾਜਰੇ ਦੇ ਸਿੱਟਿਆਂ ਨੂੰ ਚੁਗਣ ਵਾਸਤੇ ਬਹੁਤ ਆ ਜਾਂਦੇ ਨੇ। ਖਾਸ ਕਰਕੇ ਲਾਲੀਆਂ, ਚਿੜੀਆਂ, ਇੱਦਾਂ ਦੇ ਜਿਹੜੇ ਜੀਵ ਨੇ, ਜਾਨਵਰ, ਪੰਛੀ, ਉਹ ਇਕੱਠੇ ਹੋਏ ਨੇ, ਬਾਜਰਾ ਖਾਣ ਵਾਸਤੇ ਆਉਂਦੇ ਨੇ। ਦੁਆਦਸ਼ ਬਰਖਨ ਕੀ ਇੱਕ ਕੰਨਿਆ। ਇੱਕ 12-13 ਸਾਲਾਂ ਦੀ ਕੁੜੀ ਉਸ ਜ਼ਿਮੀਂਦਾਰ ਦੀ, ਜਿਹੜਾ ਖੇਤਾਂ ਦਾ ਮਾਲਕ ਹੈ, ਉਹਦੀ ਬੇਟੀ ਆਪਣੇ ਪਿਤਾ ਦੇ ਖੇਤ ਦੀ ਰਾਖੀ ਕਰ ਰਹੀ ਹੈ। ਸੁੰਦਰ ਰੂਪ ਵਿਸਾਲ ਸਪੰਨਿਆ। ਉਹ ਬੜੇ ਸੋਹਣੇ ਰੂਪ ਵਾਲੀ, ਬੜੀ ਗੁਣਵਾਨ ਬੱਚੀ ਹੈ। ਕਰਤ ਉਡਾਵਨ ਖਗ ਸਮੁਦਾਇਆ। ਉਹ ਲੜਕੀ ਪੰਛੀਆਂ ਦਾ ਉਡਾ ਰਹੀ ਹੈ। ਬਾਜਰੇ ਵਿੱਚੋਂ ਕਾਵਾਂ ਨੂੰ, ਲਾਲੀਆਂ ਨੂੰ, ਚਿੜੀਆਂ ਨੂੰ ਉਡਾਉਂਦੀ ਹੈ। ਖੇਤ ਪਕਾਵਤ ਚੁਗਨ ਬਚਾਇਆ। ਆਪਣੇ ਖੇਤ ਨੂੰ ਪੰਛੀਆਂ ਤੋਂ ਬਚਾ ਕੇ ਪਕਾਉਣ ਦਾ ਯਤਨ ਕਰਦੀ ਵੀ ਸਾਡੀ ਫਸਲ ਪੱਕ ਜਾਵੇ। ਤਿਸੇ ਬਿਲੋਕਤ ਚਿਤ ਮਹਿ ਆਈ। ਭਾਈ ਭਗਤੂ ਜੀ ਮਹਾਰਾਜ ਉੱਥੋਂ ਲੰਘੇ ਤੇ ਮਨ ਵਿੱਚ ਇਸ ਤਰ੍ਹਾਂ ਦਾ ਫੁਰਨਾ ਆਇਆ ਹੈ। ਇਹ ਰਾਹਕ ਕੀ ਸੁਤਾ ਸੁਹਾਈ। ਕਿ ਇਹ ਜ਼ਿਮੀਂਦਾਰਾਂ ਦੀ ਕੁੜੀ ਹੈ ਤੇ ਭਾਈ ਸਾਹਿਬ ਵੀ ਜ਼ਿਮੀਂਦਾਰ ਸਨ, ਪਰਿਵਾਰ ਦੇ ਜੱਟਾਂ ਵਿੱਚੋਂ ਸਨ। ਤੋ ਕਹਿੰਦੇ ਵੀ ਮੇਰੀ ਬਰਾਦਰੀ ਦੀ ਲੜਕੀ ਹੈ। ਗੁਰ ਕੋ ਬਾਕ ਸਫਲ ਕਰਦਾ ਹੋ। ਨਾਲੇ ਗੁਰੂ ਸਾਹਿਬ ਦਾ ਬਚਨ ਸਫਲਾ ਹੋ ਜਾਵੇ। ਇਸ ਕੇ ਸੰਗ ਵਿਆਹ ਕਰ ਲੈ ਹੋ। ਇਹਦੇ ਨਾਲ ਮੈਂ ਵਿਆਹ ਕਰ ਲਵਾਂ, ਕਿਉਂਕਿ ਮਹਾਰਾਜ ਨੇ ਪੁੱਛਣਾ ਹੈ ਵੀ ਭਾਈ ਸਾਹਿਬ ਚਰਖਾ ਸੇੜਿਆ ਕਿ ਨਹੀਂ ਸੇੜਿਆ। ਤੇ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੈਂ ਨਾ ਕੀਤੀ ਤੇ ਮੇਰਾ ਉੱਥੇ ਅੰਤ ਸਮਾਂ ਆ ਜਾਣਾ ਤੇ ਮੈਂ ਫਿਰ ਅਗਲਾ ਜਨਮ ਲੈਣਾ ਪੈਣਾ ਹੈ। ਇਮ ਵਿਚਾਰ ਕਰ ਬਿਦ ਬਹੁ ਭਾਈ। ਇਸ ਤਰ੍ਹਾਂ ਭਾਈ ਭਗਤੂ ਜੀ ਨੇ ਬਹੁਤ ਮਨ ਵਿੱਚ ਵਿਚਾਰ ਕੀਤੀ ਹੈ। ਹਾਥ ਲਸ਼ਟਕਾ ਚਲਤ ਟਿਕਾਈ। ਤੇ ਸੋਟੀ ਜਿਹੜੀ ਹੱਥ 'ਚ ਫੜੀ ਹੋਈ ਸੀ
ਉਹਦੇ ਉੱਤੇ ਸਹਾਰੇ ਤੇ ਖਲੋ ਗਏ। ਸਨੇ ਸਨੇ ਮਗ ਮਹਿ ਪਗ ਡਾਲਤ, ਹੌਲੇ ਹੌਲੇ ਤੁਰਦੇ ਸਨ, ਬਜ਼ੁਰਗ ਸਨ। ਜਬ ਟਿਗ ਪਹੁੰਚਿਓ ਤਿਸ ਕੇ ਚਾਲਤ, ਜਦੋਂ ਤੁਰਦੇ ਤੁਰਦੇ ਉਸ ਲੜਕੀ ਦੇ ਕੋਲ ਪਹੁੰਚੇ, ਉਪਰ ਦ੍ਰਿਸ਼ਟ ਕਰੀ ਤਿਸ ਹੇਰਾ, ਭਾਈ ਸਾਹਿਬ ਨੇ ਕੋਲ ਜਾ ਕੇ ਖੜ ਗਏ ਤੇ ਉਸ ਬੀਬੀ ਨੇ ਵੇਖਿਆ ਫੇਰੇ ਫਿਰਨ ਹੇਤ ਕਹਿ ਫੇਰਾ, ਤੇ ਭਾਈ ਸਾਹਿਬ ਉੱਪਰ ਆਕਾਸ਼ ਵੱਲ ਵੇਖ ਕੇ ਕਹਿੰਦੇ ਆ ਵੀ ਮੈਂ ਫੇਰੇ ਲੈਣ ਲੱਗਾ, ਲਾਵਾਂ ਲੈਣ ਲੱਗਾ ਹਾਂ। ਬੂਟ ਕਾਸ ਕੋ ਅਹ ਉਗਾਹ, ਕਹਿੰਦੇ ਆ ਜਿਹੜਾ ਘਾਹ ਫੂਸ ਹੈ, ਇਹ ਧਰਤੀ, ਇਹ ਆਕਾਸ਼, ਇਹ ਸਾਰੇ ਗਵਾਹ ਹਨ, ਮੇਰੇ ਵਿਆਹ ਦੇ ਵਿਟਨਸ ਹਨ ਇਹ ਸਾਰੇ। ਇਸ ਤੇ ਸੰਗ ਕਰੋ ਮੈਂ ਵਿਆਹ, ਇਹਦੇ ਨਾਲ ਮੈਂ ਵਿਆਹ ਕਰਾਉਣ ਲੱਗਾ, ਇਹ ਮੇਰੀ ਪਤਨੀ, ਮੈਂ ਇਹਦਾ ਪਤੀ ਹਾਂ। ਭਈ ਭਾਰਜਾ ਮੇਰੀ ਅਬੈ, ਹੁਣ ਇਹ ਮੇਰੀ ਪਤਨੀ ਬਣ ਗਈ ਹੈ ਤੇ ਮੈਂ ਇਹਦਾ ਪਤੀ ਬਣ ਗਿਆ ਹਾਂ। ਤ੍ਰਿਣ ਖਗ ਆਨਸਨ ਹੋ ਇਹ ਸਬੈ, ਸਾਰੇ ਪੰਛੀ, ਸਾਰੀ ਧਰਤੀ, ਆਕਾਸ਼, ਸਾਰੇ ਗ੍ਰਹਿ, ਸਾਰੇ ਨਕਸ਼ਤਰ, ਸਾਰੀ ਕਾਇਨਾਤ ਇਹ ਸੁਣ ਲਓ ਬਈ ਮੈਂ ਇਹਦਾ ਪਤੀ ਹਾਂ, ਇਹ ਮੇਰੀ ਪਤਨੀ ਹੈ। ਕਾਸ ਬੂਟ ਕੇ ਚਾਹੁੰਦ ਸ਼ਮਾਹੇ, ਕਹਿੰਦੇ ਘਾਹ ਦੇ ਬੂਟੇ ਦੇ ਆਲੇ ਦੁਆਲੇ, ਫੇਰ ਲਸ਼ਟਕਾ ਜਿਮ ਹੋਏ ਵਿਆਹ, ਕਹਿੰਦੇ ਆਪਣੀ ਸੋਟੀ ਇਉਂ ਫੇਰ ਦਿੱਤੀ ਜਿਵੇਂ ਵਿਆਹ ਵੇਲੇ ਮੁੰਡਾ ਕੁੜੀ ਲਾਵਾਂ ਲੈਂਦੇ ਹਨ। ਤਿਸ ਕੰਨਿਆ ਕੋ ਗਿਰਾ ਸੁਨਾਈ, ਉਸ ਲੜਕੀ ਨੂੰ ਸੁਣਾ ਦਿੱਤਾ, ਕਹਿਣ ਲੱਗੇ ਮਹਾਬ੍ਰਿਧ ਤੇ ਸੁਨਤ ਲਜਾਈ, ਵੀ ਤੂੰ ਮੇਰੀ ਪਤਨੀ ਹੈ, ਮੈਂ ਤੇਰਾ ਪਤੀ ਹਾਂ। ਜਦੋਂ ਇਹ ਗੱਲ ਉਸ ਬੀਬੀ ਨੂੰ ਕਹੀ, ਉਹ ਵਿਚਾਰੀ ਛੋਟੀ ਉਮਰ ਦੀ ਸੀ, ਬਾਬਾ ਜੀ 80 ਸਾਲਾਂ ਦੇ ਸਨ। ਉਹ ਜਿਹੜੀ ਹੈ ਨਾ ਮਨ ਵਿੱਚ ਬੜੀ ਸ਼ਰਮਸਾਰ ਹੋਈ, ਅੱਖਾਂ ਨੀਵੀਆਂ ਕਰ ਲਈਆਂ, ਕਛੂ ਨਾ ਬੋਲੀ ਤੂੰ ਸ਼ਨਠਾਨੀ, ਪਰ ਬੋਲੀ ਨਹੀਂ ਕੁਛ, ਕਿਉਂਕਿ ਉਹ ਵੀ ਕੋਈ ਭਗਤੀ ਵਾਲੀ ਰੂਹ ਸੀ, ਨਾਮ ਜਪਣ ਵਾਲੀ ਕੋਈ ਆਤਮਾ ਸੀ। ਉਹਨੇ ਕੋਈ ਬਚਨ ਨਹੀਂ ਕੀਤਾ, ਚੁੱਪ ਕਰਕੇ ਬੈਠੀ ਰਹੀ। ਚਿਤ ਮਹਿ ਚਿਤਵਤ ਸੁਨੀ ਜੋ ਬਾਨੀ, ਜੋ ਬਾਬਾ ਜੀ ਨੇ, ਭਾਈ ਭਗਤੂ ਜੀ ਨੇ ਬਚਨ ਕਹੇ, ਉਸ ਬੀਬੀ ਨੇ ਸੁਣ ਲਏ। ਭਾਈ ਮਗ ਚਲ ਪਰਿਓ ਅਗਾਰੀ, ਤੇ ਭਾਈ ਸਾਹਿਬ ਇਹ ਬਚਨ ਕਹਿ ਕੇ ਖਲੋਤੇ ਨਹੀਂ, ਬਸ ਆਪਣੀ ਇਹ ਰਸਨਾ ਦੇ ਬੋਲ ਹੀ ਬੋਲੇ ਕਿ ਇਹ ਮੇਰੀ ਪਤਨੀ ਹੈ ਤੇ ਮੈਂ ਪਤੀ ਹਾਂ। ਧਰਤੀ, ਆਕਾਸ਼, ਸਾਰੀ ਕਾਇਨਾਤ ਇਸ ਗੱਲ ਦੀ ਗਵਾਹ ਹੈ। ਇਹ ਕਹਿ ਕੇ ਭਾਈ ਸਾਹਿਬ ਅਗਾਂਹ ਨੂੰ ਕਰਤਾਰਪੁਰ ਸਾਹਿਬ ਵੱਲ ਨੂੰ ਤੁਰ ਪਏ। ਆਇਓ ਪਰ ਕਰਤਾਰ ਮਝਾਰੀ, ਔਰ ਸ੍ਰੀ ਕਰਤਾਰਪੁਰ ਸਾਹਿਬ ਗੁਰੂ ਕੀ ਨਗਰੀ 'ਚ ਆ ਪਹੁੰਚੇ। ਸ਼੍ਰੀ ਹਰਿ ਰਾਏ ਸੁਹਾਵਤ ਗਾਦੀ, ਅੱਗੇ ਮਹਾਰਾਜ 7ਵੇਂ ਪਾਤਸ਼ਾਹ ਜੀ ਗੱਦੀ ਤੇ ਬਿਰਾਜਮਾਨ ਸਨ। ਮਹਾਰਾਜ ਨੂੰ ਜਾ ਕੇ ਮੱਥਾ ਟੇਕਿਆ। ਦਰਸ ਬਿਲੋਕ ਭਇਓ ਅਹਲਾਦੀ, ਦਰਸ਼ਨ ਕਰਕੇ ਮਨ ਬੜਾ ਪ੍ਰਸੰਨ ਹੋਇਆ। ਕਰ ਬੰਧਨ ਕੋ ਬੈਠਿਓ ਪਾਸ, ਮਹਾਰਾਜ ਨੂੰ ਮੱਥਾ ਟੇਕ ਕੇ ਭਾਈ ਭਗਤੂ ਜੀ ਬੈਠ ਗਏ। ਕਹਿਓ ਗੁਰੂ ਕੁਛ ਠਾਨਤ ਹਾਸ, ਤੇ ਗੁਰੂ ਸਾਹਿਬ ਹਰੇਕ ਵਾਰੀ ਜਿਵੇਂ ਕਰਿਆ ਕਰਦੇ ਸਨ, ਹੱਸਦੇ ਹੋਏ ਬੋਲੇ, ਆਵੋ ਭਾਈ ਬ੍ਰਿਧ ਬਿਆਮਾਹੀ, ਆਓ ਭਾਈ ਸਾਹਿਬ ਜੀ, ਬੜੀ ਵੱਡੀ ਉਮਰ ਦੇ ਵਿੱਚ ਕਰਿਓ ਸਹੇਰਣ ਕਰ ਕੈ ਨਾਹੀ, ਤੁਸੀਂ ਵਿਆਹ ਕਰਾ ਹੀ ਲਿਆ ਨਾ, ਫਿਰ ਚਰਖਾ ਸੇੜ ਲਿਆ ਤੁਸੀਂ, ਸਾਡਾ ਬਚਨ ਪੂਰਾ ਕਰ ਦਿੱਤਾ ਹੈ ਤੁਸੀਂ। ਨਿਰਬਲ ਅਬ ਸਰੀਰ ਹੋਏ ਗਇਓ, ਹੁਣ ਇਹ ਸਰੀਰ ਤਾਂ ਨਿਰਬਲ ਹੋ ਗਿਆ, ਸਰੀਰ ਤਾਂ ਜਰਜਰਾ ਹੋ ਗਿਆ, 80-85 ਸਾਲ ਦੀ ਉਮਰ ਹੋ ਗਈ ਹੈ। ਸਿੱਖੀ ਕੋ ਰਸ ਬਹੁ ਨਿਤ ਲਿਓ, ਪਰ ਤੁਹਾਨੂੰ ਤੁਸੀਂ ਸਿੱਖੀ ਦਾ ਰਸ ਬਹੁਤ ਲਿਆ। ਗੁਰਸਿੱਖੀ ਦੀ ਜਿਹੜੀ ਕਮਾਈ ਹੈ ਨਾ, ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖੀ ਤੁਸੀਂ ਕਮਾ ਲਈ ਹੈ। ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਤੇ ਸਾਡੇ ਸਮੇਂ ਤੁਸੀਂ ਬਹੁਤ ਸੇਵਾ ਕੀਤੀ ਹੈ। ਨੀਠ ਨੀਠ ਮਗ ਆਵਹ ਚੱਲੇ, ਤੁਹਾਨੂੰ ਭਾਈ ਭਗਤੂ ਜੀ ਬੜੇ ਪਿਆਰ ਨਾਲ ਹਰ 6 ਮਹੀਨਿਆਂ ਬਾਅਦ ਆ ਜਾਂਦੇ ਹੋ ਸਾਡੇ ਕੋਲ। ਅਬ ਪੀ ਤਪ ਮਹਿ ਚਿਤ ਹੈ ਭਲੇ, ਅਜੇ ਵੀ ਤਪੱਸਿਆ ਤੁਹਾਡੀ ਘਟੀ ਨਹੀਂ। ਸੇਵਾ, ਗੁਰੂ ਘਰ ਦੀ ਤਪੱਸਿਆ ਸਾਧ ਸੰਗਤ ਜੀ ਸਭ ਤੋਂ ਵਧੀਆ ਸੇਵਾ ਹੀ ਹੁੰਦੀ ਹੈ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ, ਇਹ ਤਪੱਸਿਆ। ਸੇਵਾ ਕਰਨੀ, ਇਹ ਤਪੱਸਿਆ। ਗੁਰੂ ਘਰਾਂ ਦੀ ਯਾਤਰਾ ਕਰਨੀ, ਇਹ ਤਪੱਸਿਆ। ਸੋ ਤੁਸੀਂ ਭਾਈ ਭਗਤੂ ਜੀ ਇਸ ਸੇਵਾ ਦੇ ਵਿੱਚ ਤਤਪਰ ਹੋ। ਸੁਨ ਕਰ ਜੋਰਤ ਭਗਤੂ ਭਾਖਾ, ਭਾਈ ਭਗਤੂ ਜੀ ਹੱਥ ਜੋੜ ਕੇ ਕਹਿਣ ਲੱਗੇ, ਸਦਾ ਆਪ ਕੀ ਸਫਲਤ ਕਾਖਾਂ, ਇਹ ਸੱਚੇ ਪਾਤਸ਼ਾਹ, ਆਪ ਜੀ ਦੇ ਬਚਨ ਹਮੇਸ਼ਾ ਪੂਰੇ ਹੁੰਦੇ ਨੇ। ਆਪ ਜੀ ਦੀ ਰਸਨਾ ਤੋਂ ਨਿਕਲੇ ਹੋਏ ਬੋਲਾਂ ਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕਦੀ। ਵਿਆਹ ਪੰਥ ਮੈਂ ਕਰ ਆਵਾ, ਆਪ ਜੀ ਹਰ ਵਾਰੀ ਕਹਿੰਦੇ ਸੀ ਨਾ ਵੀ ਭਾਈ ਭਗਤੂ ਵਿਆਹ ਕਰਾ ਲੈ, ਚਰਖਾ ਸੇੜ ਲੈ। ਮੈਂ ਐਤਕੀ ਤੁਹਾਡਾ ਬਚਨ ਪੂਰਾ ਕਰ ਆਇਆ।
ਮੈਂ ਰਸਤੇ 'ਚ ਆਉਂਦਿਆਂ ਵਿਆਹ ਕਰਾ ਕੇ ਆਇਆ ਹਾਂ। ਬਨ ਤ੍ਰਿਣ ਆਦਿਕ ਸਭਨ ਸੁਨਾਵਾ। ਉੱਥੇ ਮਹਾਰਾਜ ਕੋਈ ਗਵਾਹ ਨਹੀਂ ਸੀਗਾ, ਬਸ ਕੁਦਰਤ ਨੂੰ ਹੀ ਮੈਂ ਗਵਾਹ ਬਣਾ ਕੇ ਧਰਤੀ ਨੂੰ, ਆਕਾਸ਼ ਨੂੰ, ਹਵਾ ਪਾਣੀ ਨੂੰ ਤੇ ਸਾਰੀ ਸ੍ਰਿਸ਼ਟੀ ਨੂੰ ਸੁਣਾ ਕੇ ਕਹਿਤਾ ਵੀ ਇਹ ਮੇਰੀ ਪਤਨੀ ਹੈ ਤੇ ਮੈਂ ਇਹਦਾ ਪਤੀ ਹਾਂ। ਸੁਨ ਕੇ ਹਸੇ ਅਦਕ ਗੁਰਪੂਰੇ। ਗੁਰੂ ਹਰਿਰਾਏ ਸਾਹਿਬ ਸੁਣ ਕੇ ਬੜੇ ਹੱਸੇ। ਦੀਵਾਨ ਸਜਿਆ ਹੋਇਆ ਸੀ, ਮਹਾਰਾਜ ਬਹੁਤ ਖੁਸ਼ ਹੋਏ। ਭਗਤੂ ਸਿੱਖ ਮਹਾ ਗੁਣ ਰੂਰੇ। ਕਹਿਣ ਲੱਗੇ ਧੰਨ ਭਾਈ ਭਗਤੂ ਜੀ, ਤੁਹਾਡਾ ਇੰਨਾ ਗੁਰੂ ਦੇ ਬਚਨਾਂ ਤੇ ਭਰੋਸਾ ਹੈ। ਸਾਧ ਸੰਗਤ ਜੀ, ਅਸੀਂ ਤੇ ਗੁਰੂ ਦੇ ਸੱਚੇ ਬਚਨਾਂ ਨੂੰ ਵੀ ਮਜ਼ਾਕ ਸਮਝਦੇ ਹਾਂ, ਉਹ ਸਿੱਖ ਮਜ਼ਾਕ ਨੂੰ ਵੀ ਸੱਚਾ ਸਮਝਦੇ ਸੀਗੇ। ਗੁਰੂ ਜੇ ਮਜ਼ਾਕ ਵੀ ਕਰੇ ਤੇ ਉਹ ਕਹਿੰਦੇ ਵੀ ਗੁਰੂ ਨੇ ਜੋ ਕਹਿਤਾ ਠੀਕ ਹੀ ਠੀਕ ਹੈ। ਅਸੀਂ ਗੁਰੂ ਦੇ ਸਹੀ ਬਚਨ ਜਿਹੜੇ ਹੋਣ, ਗੁਰੂ ਕਹਿ ਰਿਹਾ ਹੋਵੇ ਵੀ ਇਹ ਕੰਮ ਕਰੋ, ਅਸੀਂ ਉਹਨੂੰ ਵੀ ਕਹਿੰਦੇ ਹਾਂ ਮਜ਼ਾਕ ਹੀ ਹੈ। ਇਹ ਗੁਰਸਿੱਖਾਂ ਦਾ ਤੇ ਸਾਡਾ ਫਰਕ ਹੈ। ਮਨਮੁਖ ਬੰਦਾ ਜਿਹੜਾ ਹੈ ਉਹ ਗੁਰੂ ਦੀ ਗੱਲ ਨਹੀਂ ਸਮਝਦਾ। ਤੋ ਭਾਈ ਭਗਤੂ ਜੀ, ਧੰਨ ਹੋ ਤੁਸੀਂ ਜਿਨ੍ਹਾਂ ਨੇ ਗੁਰੂ ਦੇ ਬਚਨ ਕਮਾ ਲਏ ਹਨ। ਸਿੱਖੀ ਕੇਰ ਮਰਜ਼ਾਦਾ ਰੱਖੋ। ਸਿੱਖਾਂ ਦੀ ਮਰਜ਼ਾਦਾ ਕੀ ਹੁੰਦੀ ਹੈ? ਸਿੱਖੀ ਦੀ ਮਰਜ਼ਾਦਾ ਤੁਸੀਂ ਰੱਖ ਵਿਖਾਈ ਹੈ। ਗੁਰ ਕਹਿਆ ਸਾਕਾਰ ਕਮਾਵੋ। ਜੋ ਗੁਰੂ ਨੇ ਕਹਿਤਾ, ਭਾਵੇਂ ਉਹਦੇ ਲਈ ਬੇਇੱਜ਼ਤੀ ਹੋਵੇ, ਭਾਵੇਂ ਮਾਣ ਹੋਵੇ, ਭਾਵੇਂ ਅਪਮਾਨ ਹੋਵੇ, ਭਾਵੇਂ ਨਿੰਦਾ ਹੋਵੇ, ਪਰ ਸਿੱਖ ਜਿਹੜੇ ਨੇ ਉਹ ਗੁਰੂ ਦਾ ਬਚਨ ਕਮਾਉਂਦੇ ਹਨ। ਗੁਰ ਕਰਕੇ ਮੁਖ ਜਸ ਅਬਿਲਾਖ ਹੋ। ਤੁਸੀਂ ਗੁਰੂ ਘਰ ਦੇ ਮੁਖੀ ਸਿੱਖ ਹੋ, ਤੁਹਾਡਾ ਜਸ ਰਹਿੰਦੀ ਦੁਨੀਆ ਤੱਕ ਰਹੇਗਾ। ਧੰਨੋ ਭਾਈ ਭਗਤੂ ਜੀ। ਉਨਮੇ ਲਾਭੈ ਸਾਖੀ ਕੇਰਾ। ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਭਾਈ ਭਗਤੂ ਦਾ ਸਵਾਗਤ ਕੀਤਾ ਤੇ ਵਿਸਾਖੀ ਦਾ ਮੇਲਾ ਭਰ ਗਿਆ ਕਰਤਾਰਪੁਰ। ਆਏ ਮਿਲਿਓ ਗੁਰ ਨਿਕਟ ਕਨੇਰਾ। ਬੜੀ ਦੁਨੀਆ, ਦੇਸ਼ਾਂ ਤੋਂ, ਪ੍ਰਦੇਸ਼ਾਂ ਤੋਂ, ਮਾਝੇ ਮਾਲਵੇ ਦੁਆਬੇ ਤੋਂ, ਕਸ਼ਮੀਰ ਤੋਂ, ਕੋਈ ਮੁਲਤਾਨ ਤੋਂ, ਕੋਈ ਲਾਹੌਰ ਤੋਂ, ਦੂਰੋਂ ਦੂਰੋਂ ਸਿੱਖ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਆ ਗਏ। ਬੜਾ ਭਾਰੀ ਮੇਲਾ ਭਰ ਗਿਆ। ਅਨਕ ਅਕੋਰਨ ਲੱਗੇ ਅੰਬਾਰਾ। ਗੁਰੂ ਦੇ ਦਰਬਾਰ ਵਿੱਚ ਭੇਟਾਵਾਂ ਦੇ ਢੇਰ ਲੱਗ ਗਏ, ਅੰਬਾਰ ਲੱਗ ਗਏ। ਦਰਸ਼ਨ ਕਰਹਿ ਲਹੇ ਸੁਖ ਸਾਰਾ। ਸੰਗਤਾਂ ਆ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ ਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਕਰਦੀਆਂ ਨੇ। 5 ਦਿਵਸ ਲਗ ਮੇਲਾ ਰਹਿਓ। 5 ਦਿਨ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਮੇਲਾ ਭਰਿਆ ਰਿਹਾ। ਸੁਖ ਸੋ ਸਤਿਗੁਰ ਦਰਸ਼ਨ ਲਹਿਓ। ਮਹਾਰਾਜ ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਤੇ ਸੁੱਖ ਨਾਲ ਸੰਗਤਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ। ਨਿਜ ਨਿਜ ਸਦਨ ਗਏ ਪੁਨਸਾਰੇ। ਫਿਰ ਸਾਰੇ ਸਿੱਖ ਆਪਣੇ ਆਪਣੇ ਪਿੰਡਾਂ ਨੂੰ, ਨਗਰਾਂ ਨੂੰ, ਇਲਾਕਿਆਂ ਨੂੰ ਵਾਪਸ ਪਰਤ ਗਏ। ਮੇਲਾ ਸਮਾਪਤ ਹੋ ਗਿਆ। ਪਾਏ ਕਾਮਨਾ ਸੋ ਜਸ ਉਚਾਰੇ। ਜਿਹੜੀ ਜਿਹੜੀ ਕਿਸੇ ਦੀ ਮਨੋ ਕਾਮਨਾ ਸੀ ਉਹ ਪੂਰੀ ਹੋ ਗਈ। ਗੁਰੂ ਦਾ ਜਸ ਕਰਦੇ ਜਾ ਰਹੇ ਨੇ ਸਿੱਖ। ਜਾਨ ਅੰਤ ਤਨ ਕੋ ਤਬ ਭਾਈ। ਤੇ ਭਾਈ ਭਗਤੂ ਜੀ ਨੇ ਜਾਣ ਲਿਆ ਵੀ ਮੇਰੇ ਸਰੀਰ ਦਾ ਹੁਣ ਅੰਤ ਸਮਾਂ ਆ ਗਿਆ। ਕਿਉਂਕਿ ਜਿਹੜੇ ਮਹਾਂਪੁਰਸ਼ ਹੁੰਦੇ ਆ ਨਾ, ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਵੀ ਹੁਣ ਅਸੀਂ ਜਾਣਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਲੀਨ ਹੋਣ ਦਾ, ਇਹ ਚੋਲਾ ਛੱਡਣ ਦਾ ਸਮਾਂ ਆ ਗਿਆ ਜਾਣ ਕੇ। ਪੁਰ ਕਰਤਾਰ ਰਹਿਓ ਸੁਖਦਾਈ। ਭਾਈ ਸਾਹਿਬ ਵਾਪਸ ਨਹੀਂ ਗਏ, ਗੁਰੂ ਸਾਹਿਬ ਕੋਲ ਹੀ ਰਹਿ ਕੇ ਚੋਲਾ ਛੱਡਾਂਗਾ। ਅੰਤ ਸਮੇਂ ਮਹਾਰਾਜ ਦੇ ਦਰਸ਼ਨ ਹੋਣਗੇ। ਘਰ ਕੀ ਕਰਨਾ ਹੈ? ਘਰ ਜਾ ਕੇ ਮਰਨ ਨਾਲੋਂ ਗੁਰੂ ਦੇ ਚਰਨਾਂ ਵਿੱਚ ਕਬੀਰ ਮੋਹਿ ਮਰਨੇ ਕਾ ਚਾਉ ਹੈ। ਮਰੋਂ ਤਾਂ ਹਰ ਕੇ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਭਾਈ ਭਗਤੂ ਸਾਹਿਬ ਜੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੀ ਰਹਿ ਗਏ, ਕਰਤਾਰਪੁਰ ਹੀ ਰਹਿ ਗਏ। ਕੇਤਕ ਦਿਨ ਮੈਂ ਪਰ ਕਰ ਰਹਿਓ। ਕੁਝ ਦਿਨਾਂ ਵਿੱਚ ਸਰੀਰ ਢਿੱਲਾ ਹੋ ਗਿਆ। ਦਿਨੋਂ ਦਿਨ ਸਰੀਰ ਦੀ ਹਾਲਤ ਖਰਾਬ ਹੁੰਦੀ ਗਈ। ਅਤੀ ਸਾਰ ਕੋ ਸੰਕਟ ਲਹਿਓ। ਭਾਈ ਸਾਹਿਬ ਨੂੰ ਮਰੋੜ ਲੱਗ ਗਏ, ਜਲਾਬ ਲੱਗ ਗਏ। ਜੇ ਪੇਟ ਖਰਾਬ ਹੋ ਗਿਆ, ਅਤੀ ਸਾਰ, ਕੋਈ ਵੀ ਚੀਜ਼ ਅੰਦਰ ਟਿਕਦੀ ਨਹੀਂ। ਪਾਣੀ ਵੀ ਪੀਵੀਏ ਤੇ ਪਾਣੀ ਵੀ ਨਿਕਲ ਜਾਂਦਾ ਹੈ। ਪੇਟ ਦੇ ਵਿੱਚ ਕੋਈ ਚੀਜ਼ ਹਜਮ ਨਹੀਂ ਹੁੰਦੀ। ਭਾਈ ਸਾਹਿਬ ਦੀ ਇੱਦਾਂ ਦੀ ਹਾਲਤ ਬਣ ਗਈ। ਦੇਖ ਦੇਖ ਸਿੱਖ ਉਰ ਬਿਸਮਾਏ। ਭਾਈ ਸਾਹਿਬ ਮੰਜੇ ਤੇ ਪੈ ਗਏ ਨੇ। ਸਰੀਰ ਦੀ ਕਿਰਿਆ ਖਤਮ ਹੋ ਗਈ ਹੈ। ਬਹੁਤ ਸਰੀਰ ਨਿਢਾਲ ਕਮਜ਼ੋਰ ਹੋ ਗਿਆ। ਤੇ ਸਿੱਖ ਵਿਚਾਰੇ ਜਿਹੜੇ ਸੇਵਾ ਕਰਦੇ ਸੀ ਉਹ ਸੇਵਾ ਕਰਦੇ ਰਹੇ। ਮਹਾਰਾਜ ਆਪ ਸੇਵਾ ਕਰਾਉਂਦੇ ਸੀ। ਗੁਰੂ ਹਰਿਰਾਏ ਸਾਹਿਬ ਕੋਲ ਖੜ੍ਹ ਕੇ ਭਾਈ ਸਾਹਿਬ ਦੀ ਬਸਤਰ ਬਦਲਣੇ, ਕੱਪੜੇ ਬਦਲਣੇ, ਇਸ਼ਨਾਨ ਕਰਾ ਦੇਣਾ, ਮਾੜਾ ਮੋਟਾ ਕੋਈ ਜਲ ਪਾਣੀ ਵੀ ਛਕਾਉਣਾ, ਦਵਾਈ ਬੂਟੀ ਵੀ ਕਰਨੀ। ਪਰ ਭਾਈ ਸਾਹਿਬ ਦੀ ਹਾਲਤ ਦਿਨੋਂ ਦਿਨ ਨਿਗਰਦੀ ਗਈ।
ਜਦੋਂ ਭਾਈ ਸਾਹਿਬ ਦਾ ਸਰੀਰ ਏਦਾਂ ਕਮਜ਼ੋਰ ਹੋ ਗਿਆ, ਸਿੱਖ ਵੇਖ ਵੇਖ ਕੇ ਬੜੇ ਹੈਰਾਨ ਹੁੰਦੇ ਨੇ। ਇਨਹੁ ਕਸ਼ਟ ਕਿਉ ਦੀਰਘ ਪਾਏ। ਸਿੱਖ ਇਹ ਸੋਚਦੇ ਨੇ ਵੀ ਐਡੇ ਵੱਡੇ ਮਹਾਂਪੁਰਸ਼ ਐਨੀ ਗੁਰੂ ਮਹਾਰਾਜ ਦੀ ਸੇਵਾ ਕੀਤੀ, 4 ਪਾਤਸ਼ਾਹੀਆਂ ਦੀ ਸੇਵਾ ਕੀਤੀ, ਸ੍ਰੀ ਗੁਰੂ ਰਾਮਦਾਸ ਦੇ ਵਰ ਨਾਲ ਪੈਦਾ ਹੋਏ ਤੇ ਇੰਨੀ ਸੇਵਾ ਇਹਨਾਂ ਨੇ ਕੀਤੀ ਆ, ਇਹ ਦੁੱਖ ਇੰਨਾ ਦੁੱਖ ਕਿਉਂ ਪਾ ਰਹੇ ਨੇ, ਇੰਨਾ ਇਹਨਾਂ ਨੂੰ ਕਸ਼ਟ ਕਿਉਂ ਹੋ ਰਿਹਾ ਹੈ, ਅਖੀਰਲਾ ਸਮਾਂ ਇੰਨਾ ਮਾੜਾ ਇਹਨਾਂ ਦਾ ਕਿਉਂ ਆਇਆ ਹੈ। ਜਿਨ ਕੇ ਸਿੱਖ ਸੈਂਕੜੇ ਆਹ। ਇਹਨਾਂ ਦੀਆਂ ਸੰਗਤਾਂ ਬੜੀਆਂ ਨੇ, ਮਾਲਵੇ ਦੇ ਵਿੱਚ ਇਹਨਾਂ ਦੇ ਸਿੱਖ ਬਹੁਤ ਨੇ ਜਿਹੜੇ ਇਹਨਾਂ ਦੇ ਰਾਹੀਂ ਗੁਰੂ ਘਰ ਨਾਲ ਜੁੜੇ ਹਨ, ਉਹ ਇਹਨਾਂ ਨੂੰ ਮੰਨਦੇ ਹਨ। ਹਿਤ ਪਰ ਲੋਕ ਭਰੋਸੇ ਰਹਿ। ਉਹ ਸਾਰੇ ਸੋਚਦੇ ਆ ਵੀ ਭਾਈ ਭਗਤੂ ਸਾਡੀ ਸਹਾਇਤਾ ਕਰੇਗਾ ਅੱਗੇ, ਪਰ ਲੋਕ ਦੇ ਵਿੱਚ ਅਸੀਂ ਤੇ ਭਾਈ ਭਗਤੂ ਦਾ ਨਾਂ ਲੈ ਦੇਣਾ ਤੇ ਭਾਈ ਭਗਤੂ ਨੇ ਸਾਨੂੰ ਛੁਡਾ ਲੈਣਾ, ਕਿਉਂਕਿ ਗੁਰੂ ਦੇ ਸਿੱਖ ਜਿਹੜੇ ਨੇ ਉਹ ਗੁਰਸਿੱਖਾਂ ਦਾ, ਸੰਤਾਂ ਮਹਾਂਪੁਰਸ਼ਾਂ ਦਾ ਮਹਾਤਮ ਸਮਝਦੇ ਨੇ। ਭਾਈ ਭਗਤੂ ਦੇ ਉੱਤੇ ਲੋਕਾਂ ਦਾ ਬੜਾ ਵਿਸ਼ਵਾਸ ਹੈ। ਇਮ ਵਿਚਾਰ ਕਰ ਕੇਤਕ ਮਿਲੇ। ਕਈ ਸਿੱਖ ਇਕੱਠੇ ਹੋ ਗਏ, ਵਿਚਾਰ ਕਰਨ ਲੱਗੇ। ਜਿਹਠਾਂ ਪਰੇ ਤਹਾਂ ਕੋ ਚਲੇ। ਸਾਰੇ ਇਕੱਠੇ ਹੋ ਕੇ ਭਾਈ ਭਗਤੂ ਦੇ ਕੋਲ ਚਲੇ ਗਏ। ਦੇਖਿਓ ਅਤੀਸਾਰ ਕੋ ਰੋਗ। ਭਾਈ ਸਾਹਿਬ ਨੂੰ ਬਹੁਤ ਜ਼ਿਆਦਾ ਤਕਲੀਫ ਸੀ ਬਈ ਪੇਟ ਜਿਹੜਾ ਸੀ ਉਹ ਟਿਕਦਾ ਨਹੀਂ ਸੀ, ਕੁਝ ਵੀ ਖਾਧਾ ਪੀਤਾ ਹਜਮ ਨਹੀਂ ਸੀ ਹੁੰਦਾ, ਅਤੀਸਾਰ ਮਰੋੜ ਲੱਗੇ ਹੋਏ ਸਨ। ਦੁਰਲਭ ਦੇਹ ਰਹਿਓ ਦੁਖ ਭੋਗ। ਇਸ ਕਰਕੇ ਖਾਂਦੇ ਵੀ ਕੋਈ ਨਹੀਂ ਸੀ, ਕਿਉਂਕਿ ਖਾਧਾ ਪੀਤਾ ਪੇਟ 'ਚ ਟਿਕਦਾ ਨਹੀਂ ਸੀ, ਬਿਮਾਰੀ ਐਸੀ ਸੀ। ਤੇ ਇਸ ਕਰਕੇ ਨਾ ਖਾਣ ਕਰਕੇ ਸਰੀਰ ਦਿਨੋਂ ਦਿਨ ਕਮਜ਼ੋਰ ਹੋ ਗਿਆ ਤੇ ਮੰਜੇ ਦੇ ਨਾਲ ਲੱਗ ਗਏ। ਬੰਧਨ ਕਰ ਬੈਠੇ ਟਿਕ ਜਾਏ। ਸਾਰੀ ਸੰਗਤ, ਸਾਰੇ ਸਿੱਖ ਮੱਥਾ ਟੇਕ ਕੇ ਚਰਨਾਂ 'ਚ ਮੰਜੇ ਦੇ ਆਲੇ ਦੁਆਲੇ ਬੈਠ ਗਏ। ਬੂਝਣ ਲੱਗੇ ਹੋਏ ਸਮੁਦਾਏ। ਤੇ ਉਹ ਸਿੱਖਾਂ ਨੇ ਭਾਈ ਭਗਤੂ ਜੀ ਨੂੰ ਹੱਥ ਜੋੜ ਕੇ ਪੁੱਛਿਆ, ਤੁਮ ਗੁਰ ਕੇ ਸਿੱਖ ਪੂਰਨ ਅਹੋ। ਇਹ ਮਹਾਂਪੁਰਸ਼ੋ, ਇਹ ਭਾਈ ਭਗਤੂ ਸਾਹਿਬ ਜੀ, ਤੁਸੀਂ ਗੁਰੂ ਸਾਹਿਬ ਦੇ ਪੂਰਨ ਬ੍ਰਹਮ ਗਿਆਨੀ ਸਿੱਖ ਹੋ, ਤੁਹਾਨੂੰ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਮਾਣ ਦਿੱਤਾ ਹੈ ਤੇ ਤੁਹਾਡੀ ਅਵਸਥਾ ਸਾਰਿਆਂ ਨੂੰ ਪਤਾ ਹੈ ਵੀ ਬ੍ਰਹਮ ਗਿਆਨੀ ਦੀ ਹੈ, ਪੂਰਨ ਅਵਸਥਾ ਹੈ ਤੁਹਾਡੀ। ਅੰਤ ਸਮੇਂ ਕਿ ਮੈਂ ਬੜ ਦੁੱਖ ਲਹੋ। ਪਰ ਅੰਤ ਸਮੇਂ ਇੰਨਾ ਦੁੱਖ ਕਿਉਂ ਪਾ ਰਹੇ ਹੋ, ਇੰਨਾ ਕਸ਼ਟ ਕਿਉਂ ਭੋਗ ਰਹੇ ਹੋ ਮਹਾਂਪੁਰਸ਼ੋ। ਸਿੱਖ ਹਜ਼ਾਰਾਂ ਰਾਵਰ ਕੇਰੇ। ਤੁਹਾਡੇ ਹਜ਼ਾਰਾਂ ਸਿੱਖ ਨੇ ਮਾਲਵੇ ਦੇ ਵਿੱਚ ਜਿਹੜੇ ਤੁਹਾਨੂੰ ਮੰਨਦੇ ਨੇ। ਜ਼ਿਲ੍ਹਾ ਬਠਿੰਡਾ, ਮੋਗਾ, ਬਰਨਾਲਾ, ਮਾਨਸਾ, ਇਹ ਫਰੀਦਕੋਟ, ਸਾਰਾ ਇਲਾਕਾ ਭਾਈ ਭਗਤੂ ਨੂੰ ਮੰਨਦਾ ਸੀ। ਭਾਈ ਭਗਤੂ ਜੀ ਹਜ਼ਾਰਾਂ ਲੋਕ ਮਾਲਵੇ ਦੇ ਤੁਸੀਂ ਸਿੱਖ ਬਣਾਏ ਨੇ, ਗੁਰੂ ਨਾਲ ਜੋੜੇ ਨੇ। ਸੋ ਸਹਾਇਤਾ ਚਾਹੇ ਅਗੇਰੇ। ਉਹ ਸਾਰੇ ਤੁਹਾਡੇ ਤੇ ਭਰੋਸਾ ਰੱਖਦੇ ਨੇ ਵੀ ਤੁਸੀਂ ਪਰਲੋਕ ਵਿੱਚ ਸਾਡੀ ਸਹਾਇਤਾ ਕਰੋਗੇ। ਜੇ ਤੁਮ ਸਕੇ ਨਾ ਆਪਨ ਹਟਾਏ। ਪਰ ਜੇ ਤੁਸੀਂ ਆਪਣਾ ਰੋਗ ਨਹੀਂ ਹਟਾ ਸਕਦੇ, ਆਪਣੀ ਬਿਮਾਰੀ ਨਹੀਂ ਦੂਰ ਕਰ ਸਕਦੇ, ਤੇ ਫਿਰ ਦੂਜਿਆਂ ਦੀ ਮਦਦ ਕਿਵੇਂ ਕਰੋਗੇ। ਕਿਮ ਦਾਸਨ ਕੇ ਬਨਹੁ ਸਹਾਏ। ਆਪਣੇ ਸੇਵਕਾਂ ਦੀ ਸਹਾਇਤਾ ਕਿਵੇਂ ਕਰੋਗੇ ਭਾਈ ਸਾਹਿਬ ਜੀ। ਸੁਨ ਭਾਈ ਭਗਤੂ ਤਬ ਕਹਿਓ। ਤਾਂ ਸਿੱਖਾਂ ਦਾ ਇਹ ਸਵਾਲ ਸੁਣ ਕੇ ਭਾਈ ਭਗਤੂ ਜੀ ਉੱਤਰ ਦਿੰਦੇ ਹਨ, ਹਮਨੇ ਜਾਨ ਇਤੋ ਦੁਖ ਲਹਿਓ। ਭਾਈ ਗੁਰਮੁਖੋ, ਇਹ ਜਿਹੜਾ ਦੁੱਖ ਅਸੀਂ ਭੋਗ ਰਹੇ ਹਾਂ, ਆਪਣੀ ਮਰਜ਼ੀ ਨਾਲ ਭੋਗ ਰਹੇ ਹਾਂ। ਅਸੀਂ ਜਾਣ ਬੁੱਝ ਕੇ ਆਪਣੇ ਸਰੀਰ ਨੂੰ ਇਹ ਕਸ਼ਟ ਦੇ ਰਹੇ ਹਾਂ। ਇਹ ਅਸੀਂ ਲੇਖਾ ਜਿਹੜਾ ਹੈ ਇਸੇ ਜਨਮ ਵਿੱਚ ਹੀ ਨਿਬੇੜ ਦੇਣਾ ਹੈ। ਗੋਦਨ ਲੂਟ ਲੂਟ ਬਹੁ ਲਿਆਏ। ਕਿਉਂਕਿ ਸਾਡੇ ਜਿਹੜੇ ਸਿੱਖ ਨੇ ਨਾ ਮਾਲਵੇ ਵਾਲੇ, ਕੁਝ ਇਹੋ ਜਿਹੇ ਨੇ ਜਿਹੜੇ ਲੁੱਟਮਾਰ ਵੀ ਕਰ ਲੈਂਦੇ ਆ। ਕਹਿੰਦੇ ਉਹ ਜਾ ਕੇ ਕਈ ਇਲਾਕਿਆਂ ਵਿੱਚੋਂ ਲੋਕਾਂ ਦੀਆਂ ਗਊਆਂ ਮੱਝਾਂ ਚੋਰੀ ਕਰ ਲਿਆਉਂਦੇ ਸਨ। ਹਮਰੇ ਸਿੱਖ ਬਰਾੜ ਸਮੁਦਾਏ। ਸਾਡੇ ਬਰਾੜ ਜ਼ਿਆਦਾ ਸਿੱਖ ਹਨ ਮਾਲਵੇ ਦੇ, ਤੇ ਉਹ ਜ਼ਿਆਦਾਤਰ ਬਰਾੜ ਜਿਹੜੇ ਹਨ ਉਹ ਇੱਦਾਂ ਦਾ ਕੰਮ ਕਰ ਲੈਂਦੇ ਹਨ। ਕੁਛ ਨਾ, ਸਾਰੇ ਦਾ ਨਹੀਂ ਕਰਦੇ, ਪਰ ਕਈ ਵਿੱਚ ਹੁੰਦੇ ਆ ਉਹ ਲੱਗੀ ਫੱਬੀ ਲਾ ਲੈਂਦੇ ਆ। ਕਹਿੰਦੇ ਉਹ ਜਾ ਕੇ ਲੋਕਾਂ ਦੀਆਂ ਮੱਝਾਂ ਖੋਲ ਲਿਆਉਂਦੇ ਸੀ। ਤਿੰਨ ਕੋ ਦੁਗਧ ਬਿਸਾਲਾ। ਉਹਨਾਂ ਮੱਝਾਂ ਦਾ, ਉਹਨਾਂ ਗਊਆਂ ਦਾ ਦੁੱਧ ਸਾਨੂੰ ਪਿਆ ਦਿੰਦੇ ਲਿਆ ਕੇ, ਵੀ ਬਾਬਾ ਜੀ ਨੂੰ ਦੁੱਧ ਪਿਆਣਾ। ਤੇ ਅਸੀਂ ਹੁਣ ਕੀ ਕਰੀਏ, ਜਿਹੜਾ ਲੈ ਆਇਆ ਪ੍ਰੇਮ ਨਾਲ ਬਾਬਾ ਜੀ ਛਕੋ, ਅਸੀਂ ਛਕ ਲੈਂਦੇ ਸੀ। ਹਮਕੋ ਦੇਤ ਰਹੇ ਸਭ ਕਾਲਾ। ਅਸੀਂ ਹਰ ਸਮੇਂ ਜਦੋਂ ਵੀ ਕੋਈ ਲਿਆਉਂਦਾ ਸੀ ਛਕ ਲੈਂਦੇ ਸੀ। ਸੋ ਲੇਖਾ ਅਬ ਇਹਾ ਨਬੇਰਾ। ਅਸੀਂ ਸੋਚਿਆ ਵੀ ਇਹ ਜਿਹੜਾ ਚੋਰੀ ਦੀਆਂ ਮੱਝਾਂ ਦਾ ਦੁੱਧ ਪੀਤਾ, ਇਹਦਾ ਲੇਖਾ ਕਦੋਂ ਦੇਵਾਂਗੇ। ਅੱਗੇ ਜਾ ਕੇ ਲੇਖਾ ਦੇਣਾ ਪੈਣਾ। ਲੇਖਾ ਤਾਂ ਦੇਣਾ ਹੀ ਪੈਣਾ। ਹਰ ਇੱਕ ਕਰਮ ਦਾ ਸਾਧ ਸੰਗਤ ਜੀ ਲੇਖਾ ਹੁੰਦਾ ਹੈ। ਮਹਾਰਾਜ ਕਹਿੰਦੇ ਲੇਖਾ ਬੋਲਣ ਬੋਲਣਾ, ਲੇਖਾ ਖਾਣਾ ਖਾਓ, ਲੇਖਾ ਵਾਟ ਚਲਾਈ ਆ,
ਲੇਖਾ ਸੁਣ ਵੇ ਖਾਓ, ਲੇਖਾ ਸਾਹ ਲਵਾਈਏ, ਪੜ੍ਹ ਕੇ ਪੁੱਛਣ ਜਾਓ। ਸਾਰੇ ਕਰਮਾਂ ਦਾ ਲੇਖਾ ਦੇਣਾ ਪੈਣਾ, ਤੇ ਦੁੱਧ ਪੀਤਾ ਜਿਹੜਾ ਚੋਰੀ ਦੀਆਂ ਮੱਝਾਂ ਦਾ, ਇਹ ਵੀ ਲੇਖਾ ਦੇਣਾ ਪੈਣਾ ਹੈ। ਲੈ ਕਰ ਗਮਨਹਿ ਨਾਹਿ ਅਗੇਰਾ, ਇਹ ਲੇਖਾ ਅਸੀਂ ਅੱਗੇ ਨਾਲ ਲੈ ਕੇ ਨਹੀਂ ਜਾਣਾ ਚਾਹੁੰਦੇ। ਧਰਮਰਾਜ ਦੀ ਕਚਹਿਰੀ ਜਾ ਕੇ ਹਿਸਾਬ ਕਿਤਾਬ ਦੇਣ ਨਾਲੋਂ ਅਸੀਂ ਇੱਥੇ ਹੀ ਗੁਰੂ ਸਾਹਿਬ ਦੀ ਕਚਹਿਰੀ ਵਿੱਚ ਹੀ ਨਿਬੇੜ ਦਿੱਤਾ। ਇੱਥੇ ਹੀ ਆਪਣੇ ਸਰੀਰ ਨੂੰ ਕਸ਼ਟ ਦੇ ਲਿਆ। ਜਿਹੜਾ ਦੁੱਧ ਪੀਤਾ ਸੀ ਨਾ ਮੱਝਾਂ ਦਾ, ਇੱਥੇ ਹੀ ਅਸੀਂ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਉਹ ਲੇਖਾ ਹਿਸਾਬ ਕਿਤਾਬ ਪੂਰਾ ਕਰ ਦਿੱਤਾ। ਨਿਰਮਲ ਹੋਏ ਪਰ ਲੋਕ ਸਦਾਏ, ਬਿਲਕੁਲ ਖਾਲੀ ਹੋ ਕੇ, ਨਿਰਮਲ ਹੋ ਕੇ, ਸੁੱਧ ਹੋ ਕੇ ਸੱਚਖੰਡ ਜਾਵਾਂਗੇ। ਨਿਜ ਸਿੱਖਿਅਨ ਕੇ ਬਨਹਿ ਸਹਾਏ, ਆਪਣੇ ਸਿੱਖਾਂ ਦੀ ਸਹਾਇਤਾ ਕਰਾਂਗੇ। ਅਸੀਂ ਆਪਣੇ ਸੇਵਕਾਂ ਨੂੰ ਨਰਕਾਂ 'ਚ ਨਹੀਂ ਪੈਣ ਦਿਆਂਗੇ, ਉਹਨਾਂ ਨੂੰ ਅਸੀਂ ਜਮਾਂ ਤੋਂ ਛੁਡਾਵਾਂਗੇ। ਸੁਣ ਕੇ ਸਭੇ ਸੀਸ ਝੁਕਾਇਓ, ਇਹ ਸੁਣ ਕੇ ਸਾਰਿਆਂ ਨੇ ਚਰਨਾਂ 'ਚ ਮੱਥਾ ਟੇਕਿਆ। ਭਾਈ ਭਗਤੂ ਤਨ ਅਲਾਇਓ, ਧੰਨ ਭਾਈ ਭਗਤੂ, ਧੰਨ ਭਾਈ ਭਗਤੂ, ਸਾਰੇ ਸਿੱਖ ਕਹਿਣ ਲੱਗੇ। ਇਮਕੇ ਤਕ ਦਿਨ ਦੁੱਖ ਕੋ ਪਾਏ, ਇਸ ਤਰ੍ਹਾਂ ਕੁਝ ਦਿਨ ਭਾਈ ਭਗਤੂ ਸਾਹਿਬ ਜੀ ਬੜਾ ਦੁੱਖ ਪਾਇਆ। ਲਗਭਗ 15-20 ਦਿਨ ਮੰਜੇ ਦੇ ਪਏ ਰਹੇ। ਜੋ ਕੁਝ ਖਾਂਦੇ ਪੀਂਦੇ ਸੀ ਉਹ ਵੀ ਨਾਲ ਦੀ ਨਾਲ ਹੀ ਪੇਟ 'ਚੋਂ ਨਿਕਲ ਜਾਂਦਾ ਸੀ, ਤੇ ਪੇਟ ਵਿੱਚ ਪਾਣੀ ਵੀ ਨਹੀਂ ਸੀ ਟਿਕਦਾ। ਇਸ ਕਰਕੇ ਖਾਣਾ ਪੀਣਾ ਬੰਦ ਹੋ ਗਿਆ, ਤੇ ਭਾਈ ਸਾਹਿਬ ਦਾ ਸਰੀਰ ਸੁੱਕ ਕੇ ਹੱਡੀਆਂ ਦੀ ਮੁੱਠੀ ਹੋ ਗਿਆ। ਅਤੀ ਸਾਰ ਨਿਤ ਚੱਲਿਓ ਸੋ ਜਾਏ, ਉਹ ਜਿਹੜਾ ਅਤੀਸਾਰ ਲੱਗਾ ਸੀਗਾ ਰੋਗ ਪੇਟ ਨੂੰ, ਉਹ ਲਗਾਤਾਰ ਚੱਲਦਾ ਰਿਹਾ, ਉਹਦੇ 'ਚ ਫਰਕ ਨਹੀਂ ਪਿਆ ਕੋਈ। ਸਤਿਗੁਰ ਸਿਮਰਤ ਤਨ ਕੋ ਤਿਆਗਾ, ਤੇ ਭਾਈ ਸਾਹਿਬ ਜੀ ਗੁਰੂ 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 ਜਪੀ ਜਾਂਦੇ। ਚਿਹਰੇ ਤੇ ਉਦਾਂ ਹੀ ਨਾਨਕ ਭਗਤਾਂ ਸਦਾ ਵਿਗਾਸ। ਭਾਵੇਂ ਸਰੀਰ ਕਸ਼ਟ ਵਿੱਚ ਸੀਗਾ, ਬਹੁਤ ਔਖਾ ਸੀ ਸਰੀਰ, ਪਰ ਮਹਾਰਾਜ ਦੀ ਬਾਣੀ, ਨਿਤਨੇਮ, ਵਾਹਿਗੁਰੂ ਦਾ ਸਿਮਰਨ ਉਹ ਮੰਜੇ ਦੇ ਪਿਆ ਪਿਆ ਹੀ ਕਰੀ ਜਾਂਦੇ ਸੀਗੇ। ਤੇ ਅਖੀਰ ਗੁਰੂ ਗੁਰੂ ਜਪਦਿਆਂ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ। ਭਾਈ ਸਾਹਿਬ ਜੀ ਗੁਰੂ ਗੁਰੂ ਜਪਦੇ ਚੋਲਾ ਛੱਡ ਗਏ। ਗੁਰੂ ਰੂਪ ਹੋਇਓ ਬੜ ਭਾਗਾ, ਭਾਈ ਭਗਤੂ ਜੀ ਗੁਰੂ ਰੂਪ ਹੀ ਹੋ ਗਏ, ਕਿਉਂਕਿ ਸਿੱਖ ਜਦੋਂ ਗੁਰੂ ਨੂੰ ਧਿਆਉਂਦਾ ਹੈ ਤੇ ਗੁਰੂ 'ਚ ਹੀ ਸਮਾ ਜਾਂਦਾ ਹੈ। ਆਪਾਂ ਜਿੱਦਾਂ ਦੀ ਅੰਤ ਵੇਲੇ ਬਾਸ਼ਨਾ ਕਰਾਂਗੇ ਉੱਦਾਂ ਦਾ ਹੀ ਸਾਨੂੰ ਅਗਲਾ ਜਨਮ ਮਿਲੇਗਾ, ਤੇ ਜੇ ਗੁਰੂ ਨੂੰ ਯਾਦ ਕਰਾਂਗੇ ਤੇ ਗੁਰੂ ਦੇ ਚਰਨਾਂ 'ਚ ਥਾਂ ਮਿਲ ਜੇਗੀ। ਇਸ ਤਰ੍ਹਾਂ ਭਾਈ ਸਾਹਿਬ ਭਗਤੂ ਗੁਰੂ ਗੁਰੂ ਜਪਦੇ ਗੁਰੂ ਵਿੱਚ ਹੀ ਲੀਨ ਹੋ ਗਏ। ਸ਼੍ਰੀ ਹਰਿ ਰਾਏ ਸੁਨਤ ਚਲ ਆਏ, ਗੁਰੂ ਹਰਿ ਰਾਏ ਸਾਹਿਬ 7ਵੇਂ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਾ ਵੀ ਭਾਈ ਭਗਤੂ ਦੇ ਸਵਾਸ ਪੂਰੇ ਹੋ ਗਏ ਨੇ। ਮਹਾਰਾਜ ਉਹਨਾਂ ਦੇ ਕਮਰੇ 'ਚ ਆ ਗਏ। ਸੰਗ ਮਸੰਦ ਦਾਸ ਸਮੁਦਾਏ, ਸਾਰੇ ਸਿੱਖਾਂ ਮਸੰਦਾਂ ਨੂੰ, ਸੇਵਾਦਾਰਾਂ ਨੂੰ ਨਾਲ ਲੈ ਕੇ ਆਏ ਗੁਰੂ ਸਾਹਿਬ ਜੀ। ਦਾਹ ਦੇਣ ਕੀ ਕੀਨਸ ਤਿਆਰੀ, ਹੁਕਮ ਦਿੱਤਾ ਵੀ ਸੰਸਕਾਰ ਦੀ ਤਿਆਰੀ ਕਰੋ। ਵਧੀਆ ਚੰਦਨ ਦੀ ਲੱਕੜੀ ਮੰਗਾਈ ਤੇ ਭਾਈ ਸਾਹਿਬ ਦਾ ਅੰਗੀਠਾ ਤਿਆਰ ਕੀਤਾ। ਰਚਿਓ ਬਿਬਾਨ ਲਾਏ ਧਨ ਭਾਰੀ, ਔਰ ਬੜਾ ਸੋਹਣਾ ਬਿਬਾਨ ਵੀ ਤਿਆਰ ਕੀਤਾ। ਭਾਈ ਸਾਹਿਬ ਨੂੰ ਬੜੇ ਸ਼ਾਨ ਸ਼ੌਕਤ ਨਾਲ ਕੱਢਾਂਗੇ, ਸਾਰੀ ਸੰਗਤ ਨਾਲ ਕੀਰਤਨ ਕਰਦੀ ਜਾਵੇਗੀ। ਨਗਨ ਚਰਨ ਤੇ ਸੰਗ ਸਿਧਾਰੇ, ਮਹਾਰਾਜ ਆਪ ਪੈਰਾਂ 'ਚ ਜੋੜਾ ਨਹੀਂ ਪਾਇਆ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੰਗੇ ਪੈਰੀਂ ਭਾਈ ਸਾਹਿਬ ਦਾ ਬਿਬਾਨ ਆਪਣੇ ਮੋਢਿਆਂ 'ਤੇ ਚੱਕਿਆ, ਆਪ ਮੋਢਾ ਲਾਇਆ। ਕਿਉਂ ਮੋਢਾ ਲਾਇਆ? ਵੀ ਇਹ ਸਾਡੇ ਬਜ਼ੁਰਗ ਸਨ, ਇਹ ਗੁਰੂ ਅਰਜਨ ਦੇਵ ਜੀ ਦੇ ਭਰਾ ਹੀ ਸਨ। ਇੱਦਾਂ ਜਾਣ ਕੇ ਭਾਈ ਭਗਤੂ ਸਾਹਿਬ ਦਾ ਬਿਬਾਨ ਗੁਰੂ ਮਹਾਰਾਜ 7ਵੇਂ ਪਾਤਸ਼ਾਹ ਜੀ ਲੈ ਕੇ ਜਾ ਰਹੇ ਨੇ। ਬਹਿਰ ਗਏ ਮਿਲ ਗਏ ਸਿੱਖ ਸਾਰੇ, ਔਰ ਬਾਹਰ ਖੁੱਲੇ ਮੈਦਾਨ ਵਿੱਚ ਜਿੱਥੇ ਚਿਤਾ ਬਣਾਈ ਸੀ ਉੱਥੇ ਸਾਰੇ ਸਿੱਖ ਪਹੁੰਚ ਗਏ। ਕਾਸ਼ਟ ਸੰਚੈ ਕਰ ਇਕਠਾਏ, ਸਾਰੀਆਂ ਲੱਕੜਾਂ ਇੱਕ ਥਾਂ ਤੇ ਇਕੱਠੀਆਂ ਕਰਕੇ ਦਿਓ ਚਖਾਪੁਰ ਪੁਨ ਪੌਡਾਏ। ਭਾਈ ਸਾਹਿਬ ਨੂੰ ਨਵੇਂ ਵਸਤਰ ਪਵਾਏ ਗਏ ਸੀ ਇਸ਼ਨਾਨ ਕਰਕੇ, ਤੇ ਭਾਈ ਸਾਹਿਬ ਨੂੰ ਚਿਤਾ ਦੇ ਉੱਤੇ ਪਾਇਆ ਗਿਆ। ਪਏ ਤਿਆਰ ਲਾਂਬ ਕੇ ਹੇਤ, ਜਦੋਂ ਲਾਂਬੂ ਲਾਣ ਦੀ ਤਿਆਰੀ ਹੋਈ, ਨਿਜ ਸਿੱਖ ਕੋ ਗੁਰ ਕਿਰਪਾ ਨਿਕੇਤ, ਮਹਾਰਾਜ 7ਵੇਂ ਪਾਤਸ਼ਾਹ ਆਪ ਆਪਣੇ ਹੱਥ ਵਿੱਚ ਲਾਂਬੂ ਲੈ ਲਿਆ। ਆਪਣੇ ਸਿੱਖ ਨੂੰ, ਭਾਈ ਭਗਤੂ ਨੂੰ ਮਹਾਰਾਜ 7ਵੇਂ ਪਾਤਸ਼ਾਹ ਜੀ ਆਪ ਆਪਣੇ ਹੱਥੀਂ ਦਾਹ ਦੇਣ ਲੱਗੇ ਹਨ। ਹਾਥ ਬੰਦ ਸਿੱਖ ਬ੍ਰਿੰਦ ਮਸੰਦ, ਸਿੱਖਾਂ ਨੇ ਮਸੰਦਾਂ ਨੇ ਹੱਥ ਜੋੜ ਕੇ ਆਖਿਆ, ਕਰਾ ਹਟਾਵਨ ਹੈ ਸੁਖ ਕੰਦ। ਇਹ ਸੱਚੇ ਪਾਤਸ਼ਾਹ ਜੀ ਆਪ ਨਾ ਲਾਓ, ਅਸੀਂ ਭਾਈ ਭਗਤੂ ਨੂੰ ਅਗਨੀ ਦਿਖਾ ਦਿੰਨੇ ਆ। ਕਰੋ ਅਪਰ ਕੋ ਹੁਕਮ ਕਿਰਪਾਲਾ, ਕਿਸੇ ਹੋਰ ਨੂੰ ਹੁਕਮ ਦੇ ਦਿਓ ਮਹਾਰਾਜ, ਇਹ ਰਸਮ ਤੁਸੀਂ ਨਾ ਕਰੋ, ਕਿਉਂਕਿ ਤੁਹਾਡਾ ਰੁਤਬਾ ਬੜਾ ਵੱਡਾ ਹੈ, ਤੇ ਤੁਸੀਂ ਆਪਣੇ ਸਿੱਖ ਨੂੰ, ਭਾਈ ਭਗਤੂ ਨੂੰ ਆਪਣੇ ਹੱਥੀਂ ਨਾ ਸੰਸਕਾਰੋ। ਤੇ ਲਾਂਬੂ ਸਿੱਖ ਹੈ ਜੋ ਬਿਸਾਲਾ, ਕੋਈ ਗੁਰੂ ਕਾ ਸਿੱਖ ਇਸ ਮਹਾਨ ਸਿੱਖ ਨੂੰ ਲਾਂਬੂ ਲਾ ਦੇਵੇ। ਸੁਨ ਗੁਰ ਕਹਿਓ ਉਚਿਤ ਹੈ ਹਮਕੋ, ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਇਹਨਾਂ ਦਾ ਸੰਸਕਾਰ ਕਰਨਾ ਸਾਡਾ ਹੱਕ ਬਣਦਾ ਹੈ।
ਸਾਡੇ ਹੱਕ ਨੂੰ ਤੁਸੀਂ ਖੋ ਨਹੀਂ ਸਕਦੇ। इसकी सुध ना हिन कुछ तुमको। ਤੁਹਾਨੂੰ ਇਹਦੀ ਖਬਰ ਨਹੀਂ ਹੈ, ਤੁਹਾਨੂੰ ਪਤਾ ਨਹੀਂ ਅਸੀਂ ਕਿਹੜੇ ਰਿਸ਼ਤੇ ਨਾਲ ਭਾਈ ਭਗਤੂ ਦਾ ਸੰਸਕਾਰ ਕਰਨਾ ਚਾਹੁੰਦੇ ਆ। रामदास गुर बड़े हमारे। ਸਾਡੇ ਵੱਡੇ ਹੋਏ ਨੇ ਮਹਾਰਾਜ ਜੀ ਗੁਰੂ ਰਾਮਦਾਸ ਜੀ, ਸਾਡੇ ਪੜਦਾਦਾ ਜੀ ਗੁਰੂ ਅਰਜਨ ਦੇਵ ਜੀ ਹੋਏ ਨੇ, ਤੇ ਉਹਨਾਂ ਦੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਹੋਏ ਨੇ। तिनको अंश जन्म एह तारे। ਇਹ ਭਾਈ ਭਗਤੂ ਜੀ ਨੇ ਉਹਨਾਂ ਦੇ ਘਰ ਜਨਮ ਲੈਣਾ ਸੀਗਾ, ਤੇ ਉਹਨਾਂ ਨੇ ਮਾਈ ਭਿੱਖਾਂ ਨੂੰ ਵਰ ਦੇਤਾ ਵੀ ਜਿਹੜਾ ਪੁੱਤਰ ਸਾਡੇ ਘਰ ਜੰਮਣਾ ਸੀ ਉਹ ਤੇਰੇ ਘਰ ਜੰਮੇਗਾ। ਇਸ ਕਰਕੇ ਭਾਈ ਭਗਤੂ ਜੀ ਸਾਡੇ ਦਾਦਾ ਜੀ, ਸਾਡੇ ਪੜਦਾਦਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਛੋਟੇ ਭਰਾ ਲੱਗਦੇ ਹਨ। या ते हमको उचित पछानो। ਅਸੀਂ ਇਹਨਾਂ ਦੇ ਪੜਪੋਤਰੇ ਲੱਗਦੇ ਆ, ਇਹ ਸਾਡੇ ਪੜਦਾਦਾ ਜੀ ਲੱਗਦੇ ਆ। ਇਦਾਂ ਕਹਿ ਕੇ ਵੀ ਸਾਡਾ ਹੀ ਹੱਕ ਬਣਦਾ ਇਹਨਾਂ ਦਾ ਸੰਸਕਾਰ ਕਰਨਾ। ਲਾਂਬੂ ਦੇਨ ਭਲੇ ਮਨ ਮਾਨੋ। ਇਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਨਾਂ ਨੂੰ ਲਾਂਬੂ ਲਾਣ ਦਾ ਸੰਸਕਾਰ ਕਰਨ ਦਾ ਹੱਕ ਸਾਡਾ ਹੈ। ਇਮ ਕਹਿ ਕੇ ਸਤਿਗੁਰ ਹਿਤ ਧਰਿਓ। ਇਸ ਤਰ੍ਹਾਂ ਕਹਿ ਕੇ ਬੜੇ ਪ੍ਰੇਮ ਦੇ ਨਾਲ ਸ੍ਰੀ ਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਆਪਣੇ ਹੱਥ ਦਾਹ ਸੋ ਕਰਿਓ। ਆਪਣੇ ਹੱਥੀਂ ਭਾਈ ਭਗਤੂ ਨੂੰ ਲਾਂਬੂ ਲਾਤਾ, ਸੰਸਕਾਰ ਕਰ ਦਿੱਤਾ। ਸਰਬ ਕਿਰਿਆ ਕਰ ਕੇ ਬਿਦ ਨਾਲ। ਔਰ ਚੰਗੀ ਤਰ੍ਹਾਂ ਉਹਨਾਂ ਦੀ ਕਿਰਿਆ ਸਾਰੀ ਕਰਕੇ ਕੀਰਤਨ ਸੋਹਲੇ ਦਾ ਪਾਠ ਕਰਕੇ ਕੀਨ ਇਸ਼ਨਾਨ ਕਿਰਪਾਲ ਕੇ ਲਾਲ। ਮਹਾਰਾਜ ਨੇ ਇਸ਼ਨਾਨ ਕੀਤਾ ਗੰਗਸਰ ਖੂਹ ਤੇ, ਸਾਰਿਆਂ ਨੇ ਆ ਕੇ ਸਨੇ ਸਨੇ ਚਲ ਨਿਜ ਥਲ ਆਏ। ਔਰ ਸੰਸਕਾਰ ਕਰਨ ਤੋਂ ਬਾਅਦ ਇਸ਼ਨਾਨ ਕਰਕੇ ਸਾਰੇ ਆਪਣੇ ਆਸਣ ਤੇ ਆ ਗਏ। ਬੈਠ ਜਥੋਚਿਤ ਸਿੱਖ ਸਮੁਦਾਇ। ਸਾਰੇ ਸਿੱਖ ਉੱਥੇ ਆ ਕੇ ਬੈਠ ਗਏ। ਸਜਸ ਕਹਿਓ ਸ਼੍ਰੀ ਮੁਖ ਤੇ ਆਪ। ਮਹਾਰਾਜ ਨੇ ਆਪਣੇ ਮੁਖ ਤੋਂ ਭਾਈ ਭਗਤੂ ਦੀ ਵਡਿਆਈ ਦੱਸੀ। ਕਹਿਣ ਲੱਗੇ ਧੰਨ ਸਾਨੇ ਮਹਾਂਪੁਰਸ਼ ਚੌਥੇ ਪਾਤਸ਼ਾਹ ਦੇ ਬਚਨ ਨਾਲ ਪੈਦਾ ਹੋਏ, ਪੰਜਵੇਂ ਪਾਤਸ਼ਾਹ ਦੀ ਸੇਵਾ ਕੀਤੀ, ਛੇਵੇਂ ਪਾਤਸ਼ਾਹ ਦੀ ਸੇਵਾ ਕੀਤੀ, ਫਿਰ ਸਾਡੀ ਸੇਵਾ 'ਚ ਵੀ ਹਾਜ਼ਰ ਰਹੇ ਹਨ। ਜਿਨ ਕੇ ਨਾਮ ਲੇਤ ਹਤ ਪਾਪ। ਭਾਈ ਭਗਤੂ ਵਰਗੇ ਬ੍ਰਹਮ ਗਿਆਨੀ ਦਾ ਨਾਂ ਲੈਣ ਨਾਲ ਹੀ ਪਾਪ ਨਾਸ ਹੋ ਜਾਂਦੇ ਨੇ। ਇਮਕੇ ਤਕ ਦਿਨ ਪੁਰ ਕਰਤਾਰ। ਇਸ ਤਰ੍ਹਾਂ ਕੁਝ ਦਿਨ ਸ੍ਰੀ ਕਰਤਾਰਪੁਰ ਦੇ ਵਿੱਚ ਸ਼੍ਰੀ ਹਰਿ ਰਾਏ ਬਸੇ ਮਦ ਧਾਰ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਪ੍ਰਸੰਨ ਚਿਤ ਹੋ ਕੇ ਰਹੇ ਹਨ। ਬਾਹਰ ਕੂਚ ਕੀਨੋ ਨਿਜ ਡੇਰਾ। ਤੇ ਫਿਰ ਇੱਥੋਂ ਆਪਣਾ ਡੇਰਾ ਕੂਚ ਕੀਤਾ ਹੈ। ਜੰਗਲ ਦੇਸ਼ ਚਹਤ ਚਿਤ ਹੇਰਾ। ਤੇ ਜੰਗਲ ਦੇਸ਼ ਨੂੰ ਮਹਾਰਾਜ ਨੂੰ ਕਰਤਾਰਪੁਰ ਤੋਂ ਜਾਣਗੇ। ਉਹ ਸਾਧ ਸੰਗਤ ਜੀ ਕਥਾ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।